हरि राय हर कृष्ण गुर बार तेग बहादुर चंद दसवें गोबिंद सिंह गुर नमो चरण अरविंद जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सच होए। वाहिगुरु जी की फतेह बिघ्न विनाशन सोए। सतगुर शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु तेह प्रसाद सच होए। वाहे गुरु जी की फतेह बिघ्न विनाशन सोए। सतनाम श्री वाहिगुरु साहिब जी। दोहरा मरत परस पर तुरक गन भई भोर तब आए। 10,000 लश्कर रहियो अपर खपियो दुख पाए। मरत परस पर तुरक गन भई भोर तब आए। सतगुरु गरीब नवाज अंतरजामी सच्चे पातशाह दीन दुनिया दे मालक जबर छतर तखत दे मालक समरथ गुरु परतख गुरु दीन दयाल कृपाल अंतरयामी पूਰਨ पर ब्रह्म परमेश्वर। वाहिगुरु अकाल पुरख जी दा सरगुण स्वरूप दासां गरीबां सिखां सेवकां साडे सारिਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਗੁਰੂ ਜੀ ਦਾ ਰੂਪ ਗੁਰੂ ਖਾਲਸਾ ਸੰਗਤ ਜੀ। ਆਪ ਜੀ ਬੜੇ ਹੀ ਪਿਆਰ ਦੇ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹੋ। ਲੜੀਵਾਰ ਕਥਾ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ। ਛੇਵੇਂ ਪਾਤਸ਼ਾਹ ਧੰਨ ਧੰਨ ਗੁਰੂਆਂ ਦੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚੋਂ ਆਪਾਂ ਸਰਵਣ ਕਰ ਰਹੇ ਹਾਂ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਤੀਸਰੀ ਜੰਗ ਜੋ ਮਹਾਰਾਜ ਨੇ ਤੁਰਕਾਂ ਦੇ ਵਿਰੁੱਧ ਲੜੀ ਹੈ, ਉਸ ਜੰਗ ਦੀ ਕਥਾ ਆਪ ਜੀ ਸੰਗਤਾਂ ਬੜੇ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂਸਰ ਮਹਾਰਾਜ ਦੀ ਧਰਤੀ ਦੇ ਉੱਤੇ ਸੱਜੇ ਹੋਏ ਹਨ। ਲੱਲਾ ਬੇਗ ਨੂੰ ਜਦੋਂ ਪਤਾ ਲੱਗਾ ਕਿ 15,000 ਫੌਜ ਜਿਹੜੀ ਆ ਉਹ ਮਰ ਗਈ ਹੈ, ਲੱਲਾ ਬੇਗ ਵੀ ਸੋਚੀ ਪੈ ਗਿਆ ਜੀ। ਕੱਲ੍ਹ ਵੀ ਬੇਨਤੀ ਕੀਤੀ ਸੀ, ਜਿਹੜਾ ਲੱਲਾ ਬੇਗ ਬੜੀਆਂ ਡਿੰਗਾਂ ਮਾਰਦਾ ਸੀ ਨਾ ਵੀ ਮੈਂ ਇੰਝ ਕਰ ਦੇਣਾ, ਮੈਂ ਉਂਝ ਕਰ ਦੇਣਾ, ਮੈਂ ਗੁਰੂ ਜੀ ਨੂੰ ਜਿਉਂਦਿਆਂ ਨੂੰ ਫੜ ਕੇ ਲੈ ਕੇ ਆਉਣਾ, ਮੈਂ ਘੋੜੇ ਲੈ ਕੇ ਆਉਣੇ ਆ, ਉਹ ਲੱਲਾ ਬੇਗ ਸੋਚੀ ਪੈ ਗਿਆ ਵੀ ਸਾਡੇ ਨਾਲ ਬਣ ਕੀ ਗਿਆ ਹੈ। ਲੱਲਾ ਬੇਗ ਨੂੰ ਕਾਸਮ ਬੇਗ ਕਹਿੰਦਾ ਹੈ, ਗੁਰੂ ਸਾਹਿਬ ਦੇ ਘੋੜੇ ਅਸੀਂ ਕੀ ਲੈ ਕੇ ਜਾਣੇ ਆ, ਇੱਥੇ ਤਾਂ ਇਉਂ ਲੱਗਦਾ ਹੈ ਵੀ ਜਿਹੜੇ ਆਪਣੇ ਸਾਡੇ ਕੋਲ ਸਨ ਉਹ ਵੀ ਮਰ ਮੁੱਕ ਗਏ ਆ।
ਘੋੜੇ ਲੈ ਕੇ ਜਾਣ ਦੀ ਤੇ ਛੱਡੋ, ਗੁਰੂ ਜੀ ਨੂੰ ਪ੍ਰਾਣ ਦੇ ਕੇ ਜਾਣੇ ਪੈਣੇ ਆ। ਬੜੀਆਂ ਗੱਲਾਂ ਬਾਤਾਂ ਹੋਈਆਂ। ਲੱਲਾ ਬੇਗ ਨੇ ਇਹ ਸੋਚਿਆ ਕਿ ਅਸੀਂ ਦਿਨ ਚੜ੍ਹੇ ਹੁਣ ਜੰਗ ਕਰੀਏ, ਪਰ ਲੱਲਾ ਬੇਗ ਦੇ ਭਰਾ ਤੇ ਲੱਲਾ ਬੇਗ ਦੇ ਪੁੱਤਰਾਂ ਨੇ ਇਹ ਗੱਲ ਆਖੀ ਵੀ ਹੁਣ ਇਹ ਗਲਤੀ ਨਹੀਂ ਕਰਨੀ। ਇੱਕ ਵਾਰੀ ਜੰਗ ਸ਼ੁਰੂ ਕਰ ਦਿੱਤੀ ਹੈ, ਹੁਣ ਇਹ ਕਹੀਏ ਵੀ ਜੰਗ ਦਿਨ ਚੜ੍ਹੇ ਕਰਾਂਗੇ, ਇਹਦੇ ਨਾਲ ਸਾਡੀ ਬੜੀ ਵੱਡੀ ਹਾਰ ਹੋਏਗੀ। ਕਾਸਮ ਬੇਗ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਲੱਲਾ ਬੇਗ ਤੂੰ ਮੇਰਾ ਭਰਾ ਹੈ ਤੇ ਮੈਂ ਤੈਨੂੰ ਦੱਸਾਂ, ਇੱਕ ਵਾਰੀ ਸਿੱਖਾਂ ਨੂੰ ਸਾਡੇ ਤੱਕ ਆਉਣ ਦਾ ਸਮਾਂ ਮਿਲ ਗਿਆ ਨਾ ਤੇ ਲਾਹੌਰ ਤੱਕ ਵੱਢਦੇ ਹੋਏ ਜਾਣਗੇ ਸਾਨੂੰ, ਕਿਉਂ ਇਹਨਾਂ ਨੇ ਮੁੜ ਕਾਬੂ ਨਹੀਂ ਆਉਣਾ, ਮੁੜ ਸਾਡੇ ਹੱਥ ਨਹੀਂ ਆਉਣਾ। ਇਸ ਕਰਕੇ ਤੂੰ ਇਹ ਗਲਤੀ ਨਾ ਕਰ। ਉਹਦੇ ਪੁੱਤਰ ਵੀ ਕਹਿਣ ਲੱਗੇ ਵੀ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਫੌਜਾਂ ਨੂੰ ਭੇਜੋ। ਸੋ 10,000 ਦੀ ਗਿਣਤੀ ਦਾ ਇੱਕ ਜੱਥਾ ਬਣਾ ਕੇ ਲੱਲਾ ਬੇਗ ਨੇ ਕੁਝ ਜਰਨੈਲਾਂ ਦੇ ਅਧੀਨ ਜਿਹੜਾ ਉਹ ਫਿਰ ਜੰਗ ਦੇ ਮੈਦਾਨ ਵਿੱਚ ਠੇਲਿਆ। 6ਵੇਂ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗਾ ਵੀ 10,000 ਦੀ ਫੌਜ ਹੋਰ ਆਈ ਹੈ, ਮਹਾਰਾਜ ਨੇ 1,000 ਸਿੱਖ ਜਿਹੜਾ ਉਹ ਭੇਜਿਆ ਹੈ। ਤੇ ਸਾਧ ਸੰਗਤ ਜੀ, ਕੱਲ ਤੁਸੀਂ ਸੁਣਿਆ ਉਹ ਜਦੋਂ 1,000 ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੇਜਿਆ, ਉਹਦੀ ਅਗਵਾਈ ਭਾਈ ਜਾਤੀ ਮਲਕ ਜੀ ਕਰਦੇ ਹੈ। ਜਾਤੀ ਮਲਕ ਜੀ ਰਾਏ ਜੋਧ ਜੀ ਹੋਣੀ ਵਿਚਾਰ ਕਰਦੇ ਵੀ ਕਿਵੇਂ ਮਾਰਨਾ, ਤੇ ਗੱਲ ਚੱਲੀ ਵੀ ਇੱਕ ਸਿੱਖ ਜਾਵੇ ਫੌਜ 'ਚ ਬੜੇ ਗੋਲੀ ਚਲਾਵੇ, ਮੁੜ ਕਿਸੇ ਤਰੀਕੇ ਨਾਲ ਬਾਹਰ ਆਵੇ, ਹਨੇਰਾ ਹੈਗਾ, ਇੱਕ ਦੂਜੇ ਨੂੰ ਆਪੇ ਹੀ ਮਾਰਨਗੇ। ਸਾਰੀ ਰਾਤ ਇਸ ਤਰੀਕੇ ਨਾਲ ਜੰਗ ਕੀਤਾ ਸਾਧ ਸੰਗਤ ਜੀ। ਤੇ ਕੱਲ ਤੁਸੀਂ ਸਰਵਣ ਕੀਤਾ 10,000 ਦੀ ਫੌਜ ਜਿਹੜੀ ਆ ਉਹ ਇਸ ਤਰੀਕੇ ਨਾਲ ਫਿਰ ਮਰ ਗਈ ਜੀ। 15,000 ਫੌਜ ਪਹਿਲਾਂ ਮਰ ਗਈ ਸੀ, 10,000 ਫੌਜ ਫਿਰ ਮਰ ਗਈ। ਕਿੰਨੀ ਮਰ ਗਈ ਹੈ? 25,000। ਤੇ ਟੋਟਲ ਆਈ ਸੀਗੀ 35,000। 35,000 ਵਿੱਚੋਂ 10,000 ਫੌਜ ਜਿਹੜੀ ਆ ਉਹ ਬਾਕੀ ਰਹਿ ਗਈ ਹੈ। ਦਿਨ ਚੜ੍ਹਨ ਤੋਂ ਪਹਿਲਾਂ ਹੀ ਗੁਰੂ ਜੀ ਦੇ ਸਿੱਖਾਂ ਨੇ 35,000 ਨੂੰ, ਵਾਹਿਗੁਰੂ 25,000 ਨੂੰ ਮਾਰ ਦਿੱਤਾ ਜੀ। ਕੱਲ੍ਹ ਉਹ ਤੁਸੀਂ ਕਥਾ ਸੁਣੀ, ਅੰਮ੍ਰਿਤ ਵੇਲਾ ਹੋਇਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤ ਵੇਲਾ ਜਾਣ ਕੇ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕੀਤਾ। ਨਿਤਨੇਮ ਨਹੀਂ ਮੇਰੇ ਸਤਿਗੁਰੂ ਜੀ ਨੇ ਛੱਡਿਆ, ਨਿਤਨੇਮ ਕਰਕੇ ਹਜ਼ੂਰ 6ਵੇਂ ਪਾਤਸ਼ਾਹ ਮਹਾਰਾਜ ਤਿਆਰੀ ਕਰਦੇ ਹਨ। ਗੁਰੂ ਜੀ ਦੇ ਤਿਆਰੀ ਕਰਨ ਦਾ ਜਿਹੜਾ ਪ੍ਰਸੰਗ ਹੈ ਉਹ ਵੀ ਕੱਲ੍ਹ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਨੇ ਸੋਹਣੇ ਬਸਤਰ ਸਜਾਏ ਹੈ, ਕਮਰ ਕੱਸਾ ਗੁਰੂ ਜੀ ਨੇ ਸਜਾਇਆ। ਵੱਡੀ ਸ੍ਰੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਗਾਤਰੇ ਧਾਰਨ ਕੀਤੀ ਹੈ। ਮਹਾਰਾਜ ਗਰੀਬ ਨਵਾਜ ਜੀ ਨੇ ਭਰਿਆ ਹੋਇਆ ਭੱਥਾ ਜਿਹੜਾ ਖੱਪਰੇ ਤੀਰਾਂ ਨਾਲ ਭਰਿਆ ਉਹ ਆਪਣੇ ਮੋਢੇ 'ਤੇ ਸਜਾਇਆ। ਇੱਕ ਬਹੁਤ ਵੱਡੀ ਤੇ ਭਾਰੀ ਢਾਲ ਜਿਹਦਾ ਉੱਤੇ ਫੋਲੀ 5 ਸ਼ੇਰ ਦਾ ਬਣਿਆ ਹੋਇਆ ਸੀਗਾ, ਉਹ ਢਾਲ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਆਪ ਦੇ ਮੋਢਿਆਂ ਦੇ ਉੱਤੇ ਸਜਾਈ ਹੈ। ਪੂਰੇ ਤਿਆਰ ਬਰ ਤਿਆਰ ਹੋ ਗਏ ਆ ਮਹਾਰਾਜ ਵੀ ਦਿਨ ਚੜ੍ਹੇਗਾ ਤੇ ਜੰਗ ਦੇ ਵਿੱਚ ਜਾਵਾਂਗੇ। ਤੇ ਉਧਰ 10,000 ਆਪਸ ਵਿੱਚ ਲੜ ਕੇ ਮਰ ਗਿਆ। ਉਹਦੀ ਕਥਾ ਵੀ ਜਿਹੜੀ ਹੈ ਉਹ ਤੁਸੀਂ ਸਾਧ ਸੰਗਤ ਜੀ ਕੱਲ੍ਹ ਦੇ ਪ੍ਰਸੰਗਾਂ ਵਿੱਚ ਸਰਵਣ ਕੀਤੀ ਹੈ। ਹੁਣ ਇਹਦੇ ਤੋਂ ਅੱਗੇ ਜਿਹੜਾ ਕਥਾ ਦਾ ਪ੍ਰਸੰਗ ਹੈ ਉਹ ਆਪਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਹੈ। ਅੱਜ 6ਵੇਂ ਪਾਤਸ਼ਾਹ ਮਹਾਰਾਜ ਆਪ ਜੰਗ ਵਿੱਚ ਆਉਣਗੇ ਔਰ ਮਹਾਰਾਜ ਨੇ ਜੰਗ ਵਿੱਚ ਆ ਕੇ ਜੰਗ ਦਾ ਰੂਪ ਹੀ ਬਦਲ ਦੇਣਾ। ਉਹ ਪ੍ਰਸੰਗ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜੋ। ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਮਰਤ ਪਰਸ ਪਰ ਤੁਰਕ ਗਨ, ਭਾਈ ਭੋਰ ਤਬ ਆਏ। ਤੁਰਕ ਰਾਤ ਕਿਵੇਂ ਹਨੇਰੇ ਵਿੱਚ ਆਪਸ ਵਿੱਚ ਹੀ ਕੱਟਦੇ ਵੱਢਦੇ ਰਹੇ ਆ, ਇਹ ਤੁਸੀਂ ਕਥਾ ਸੁਣੀ ਲਈ ਹੈ।
ਤੇ ਫਿਰ ਦਿਨ ਚੜਿਆ ਹੈ। 10,000 ਲਸ਼ਕਰ ਰਹਿਓ, ਅਪਰ ਖਪਿਓ ਦੁਖ ਪਾਏ। 35,000 ਦੀ ਫੌਜ ਲੱਲਾ ਬੇਗ ਛੇਵੇਂ ਪਾਤਸ਼ਾਹ ਜੀ ਦੇ ਉੱਤੇ ਲੈ ਕੇ ਆਇਆ, ਤੇ ਸਾਧ ਸੰਗਤ ਜੀ 10,000 ਦੀ ਫੌਜ ਜਿਹੜੀ ਹੈ ਉਹ ਰਹਿ ਗਈ ਹੈ। ਬਾਕੀ ਸਾਰੀ ਫੌਜ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ। ਨਿਸ਼ਾਨੀ ਛੰਦ 20 ਪੰਚ ਸਹਸਰ ਦਲ ਤਮ ਮੈਂ ਇਮ ਨਾਸ਼ਾ। 25,000 ਫੌਜ ਜਿਹੜੀ ਹੈ ਉਹ ਰਾਤੋਂ ਰਾਤ ਦੇ ਹਨੇਰੇ ਵਿੱਚ ਹੀ ਕਿਵੇਂ ਨਾਸ਼ ਹੋ ਗਈ ਹੈ, ਇਹ ਤੁਸੀਂ ਸੁਣਿਆ ਸੰਗਤ ਜੀ। ਹਾਂਜੀ। ਜਿਮ ਤਮ ਕੋ ਸੂਰਜ ਹਤਿਓ ਕਰ ਕੀਨ ਪ੍ਰਕਾਸ਼ਾ। ਤੇ ਜਿਮ ਤਮ ਕੋ ਸੂਰਜ ਹਤਿਓ, ਐਂਡ ਸਿੱਖਾਂ ਨੇ ਫੌਜਾਂ ਮਾਰੀਆਂ ਜਿਵੇਂ ਸਾਧ ਸੰਗਤ ਜੀ ਹਨੇਰੇ ਨੂੰ ਸੂਰਜ ਮਾਰ ਦਿੰਦਾ। ਹਾਂਜੀ। ਜਿਮ ਉਡਗਨ ਸਗਰੇ ਦੁਰੇ ਨਹਿ ਦੇਹ ਦਿਖਾਈ। ਜਿਵੇਂ ਫਿਰ ਸੂਰਜ ਚੜ੍ਹਨ ਨਾਲ ਤਾਰਾ ਦਿਸਦਾ ਹੀ ਕੋਈ ਨਹੀਂ ਹੈ, ਇੰਜ ਉਹ 25,000 ਬੰਦੇ ਜਿਹੜੇ ਸੀ ਉਹ ਨਜ਼ਰ ਨਹੀਂ ਸੀ ਆਉਂਦੇ, ਤੁਰਦੇ ਫਿਰਦੇ ਨਜ਼ਰ ਨਹੀਂ ਸੀ ਆਉਂਦੇ। ਤਿਮ ਤੁਰਕਾਨਾ ਛਪ ਗਇਓ ਜਿਨ ਧੂਰ ਮਚਾਈ। ਬੜੀ ਧੂੜ ਚੁੱਕੀ ਸੀਗੀ, ਬੜੀ ਧੂਮ ਮਚਾਈ ਸੀ ਇਹਨਾਂ 25,000 ਜਣਿਆਂ ਨੇ, ਪਰ ਉਹ ਸਾਰੇ ਦੇ ਸਾਰੇ ਛਹਿ ਹੋ ਗਏ। ਸਾਧ ਸੰਗਤ ਜੀ ਲੱਭਿਆ ਕੋਈ ਨਹੀਂ ਫਿਰ ਉਹਨਾਂ ਵਿੱਚੋਂ। ਵੱਡੀ ਨੀਂਦ ਸੁਪਤੇ ਪਰੇ ਰਣ ਖੇਤ ਮਝਾਰਾ। ਐ ਮੌਤ ਦੀ ਨੀਂਦ ਸੁੱਤੇ ਪਏ ਐ ਸਾਰੇ ਰਣ ਖੇਤਰ ਦੇ ਵਿੱਚ, ਜੰਗ ਦੇ ਮੈਦਾਨ ਵਿੱਚ ਸਾਰੇ ਸੁੱਤੇ ਪਏ ਹਨ। ਦੀਰਘ ਮਗ ਤੇ ਥਕਤ ਭੇ ਜਨ ਸ਼ਰਮ ਨਿਰਵਾਰਾ। ਗਿਰੇ ਤੁਰੰਗ ਪਰ ਧਰ ਬ੍ਰਿੰਦਾ। ਜੰਗ ਦੇ ਮੈਦਾਨ ਦੇ ਵਿੱਚ ਬੰਦਿਆਂ ਤੇ ਬੰਦਿਆਂ ਦੇ ਸਰੀਰ ਡਿੱਗੇ ਹੋਏ ਸਨ, ਘੋੜਿਆਂ ਦੇ ਸਰੀਰਾਂ ਉੱਤੇ ਘੋੜੇ ਡਿੱਗੇ ਪਏ ਸਨ। ਸ਼ਸਤਰ ਬਸਤਰ ਬਿਖਰੇ ਪਰੇ ਜਨ ਬੀਜ ਬਿਲੰਦਾ। ਉਹਨਾਂ ਦੇ ਸ਼ਸਤਰ ਜਿਹੜੇ ਸੀ ਨਾ ਉਹ ਵੀ ਟੁੱਟੇ ਭੱਜੇ ਪਏ ਹੋਏ ਸਨ। ਕਈਆਂ ਦੀਆਂ ਨਵੀਆਂ ਹੀ ਤਲਵਾਰਾਂ ਪਈਆਂ ਹੋਈਆਂ ਸਨ, ਜਿਨ੍ਹਾਂ ਦੇ ਸੋਨੇ ਦੇ ਮੁੱਠੇ ਹੁੰਦੇ ਸਨ, ਕਿਸੇ ਦੀ ਤਲਵਾਰ ਦਾ ਚਾਂਦੀ ਦਾ ਮੁੱਠਾ, ਉਵੇਂ ਹੀ ਜੰਗ ਦੇ ਮੈਦਾਨ ਵਿੱਚ ਪਈਆਂ ਸਨ। ਲਲਾ ਬੇਗ ਲਸ਼ਕਰ ਪੇਖਿਓ ਜਬ ਭਇਓ ਪ੍ਰਕਾਸ਼ਾ। ਜਦੋਂ ਦਿਨ ਚੜ੍ਹਿਆ ਨਾ ਤੇ ਲੱਲਾ ਬੇਗ ਫਿਰ ਮਰੀਆਂ ਹੋਈਆਂ ਫੌਜਾਂ ਨੂੰ ਦੇਖਦਾ ਹੈ। ਬੜੇ ਹੰਕਾਰ ਵਿੱਚ ਚੜ੍ਹ ਕੇ ਆਇਆ ਸੀ ਛੇਵੇਂ ਪਾਤਸ਼ਾਹ ਉੱਤੇ। ਹੁਣ ਇਹਨਾਂ ਦਾ 35,000 ਤੇ ਸਤਿਗੁਰੂ ਜੀ ਦੇ ਕੋਲ ਕੇਵਲ 4,000 ਸਿੱਖ ਜੀ, 3,000 ਸਤਿਗੁਰੂ ਜੀ ਦੇ ਆਪਣੇ, 1,000 ਰਾਏ ਜੋਧ ਦੀ ਫੌਜ ਜੀ, ਲਗਭਗ 4,000 ਹੋਏ ਨਾ ਜੀ। ਤੇ 25,000 ਇਹਦਾ ਮਰ ਗਿਆ, ਤੇ ਗੁਰੂ ਜੀ ਦੇ ਸਿੱਖ ਅਜੇ ਵੀ ਚੜ੍ਹਦੀ ਕਲਾ ਵਿੱਚ ਹਨ। ਸਤਿਗੁਰੂ ਜੀ ਦੀਆਂ ਫੌਜਾਂ ਦਾ ਕੋਈ ਘਾਟਾ ਨਹੀਂ ਪਿਆ ਸਾਧ ਸੰਗਤ ਜੀ। ਲੱਲਾ ਬੇਗ ਲਸ਼ਕਰ ਪਿਖਿਓ ਜਬ ਭਇਓ ਪ੍ਰਕਾਸ਼ਾ। ਜਦੋਂ ਦਿਨ ਚੜ੍ਹਿਆ ਲੱਲਾ ਬੇਗ ਆ ਕੇ ਮਰਿਆਂ ਹੋਇਆਂ ਨੂੰ ਦੇਖਦਾ ਹੈ। ਅਲਪ ਰਹਿ ਬਹੁਤੇ ਮਰੇ ਤਜ ਜੈ ਵਿਸਵਾਸਾ। ਕੀ ਵੇਖਦਾ ਵੀ ਫੌਜ ਤੇ ਥੋੜੀ ਜਿਹੀ ਰਹਿ ਗਈ ਹੈ, ਮੇਰੇ ਬਹੁਤੇ ਸਿਪਾਹੀ ਜਿਹੜੇ ਆ ਉਹ ਮਰ ਚੁੱਕੇ ਹਨ, ਖਤਮ ਹੋ ਚੁੱਕੇ ਹਨ। ਦੇਤ ਕਿਤਕ ਸੁਧ ਆਨ ਕਰ ਅਮਕੋ ਸਿਰਦਾਰਾ। ਤੇ ਲੱਲਾ ਬੇਗ ਘੋੜੇ ਤੇ ਚੜ੍ਹਿਆ ਅਜੇ ਮੈਦਾਨ ਵਿੱਚ ਫੇਰ ਹੀ ਰਿਹਾ ਸੀ। ਇੰਨੇ ਚਿਰ ਨੂੰ ਇੱਕ ਸਿਪਾਹੀ ਆਇਆ, ਉਹਨੇ ਖਬਰ ਦਿੱਤੀ ਜੀ ਜਿਹੜਾ ਫਲਾਣਾ ਸਰਦਾਰ ਤੁਸੀਂ ਭੇਜਿਆ ਸੀ ਨਾ ਫੌਜ ਦੇ ਕੇ, ਫੌਜ ਵੀ ਮਰ ਗਈ ਤੇ ਉਹ ਜਰਨੈਲ ਆਪ ਵੀ ਮਰ ਗਿਆ। ਹਾਂਜੀ। ਸਹਿਤ ਸੈਨ ਕੇ ਖਪ ਗਇਓ ਨਹਿ ਪਰੈ ਨਿਹਾਰਾ। ਉਹ ਫਿਰ ਵੇਖਦਾ ਵੀ ਬੰਦੇ ਗਏ ਕਿੱਥੇ ਆ। ਤੇ ਸਾਧ ਸੰਗਤ ਜੀ ਜੰਗ ਦੇ ਮੈਦਾਨ 'ਚ ਤੁਰਿਆ ਫਿਰੇ ਲੱਲਾ ਬੇਗ, ਆਪਣੇ ਮਰੇ ਹੋਏ ਜਰਨੈਲਾਂ ਨੂੰ ਵੇਖਦਾ ਹੈ ਤੇ ਸੋਚਦਾ ਹੈ ਵੀ ਇਹ ਮੇਰੇ ਨਾਲ ਕੀ ਬਣ ਗਿਆ। ਹਾਂਜੀ। ਤਿਸੀ ਰੀਤ ਪੁਨ ਦੂਸਰੋ ਤੀਸਰ ਸੁਧ ਦਹਿ। ਕਦੀ ਕੋਈ ਦੂਸਰਾ ਆਉਂਦਾ ਹੈ ਖਬਰ ਲੈ ਕੇ ਵੀ ਫਲਾਣਾ ਸਰਦਾਰ ਜੋਧਾ ਵੀ ਮਰ ਗਿਆ, ਲੱਲਾ ਬੇਗ ਜੀ ਤੁਹਾਡਾ ਫਲਾਣਾ ਸੈਨਾਪਤੀ ਵੀ ਮਰ ਗਿਆ। ਇਸ ਤਰ੍ਹਾਂ ਦੀਆਂ ਖਬਰਾਂ ਉਹਦੇ ਕੰਨਾਂ ਵਿੱਚ ਪੈਂਦੀਆਂ ਬਾਰ-ਬਾਰ। ਮਰੇ ਅਧਿਕ ਸੈਨਾਪਤੀ ਸਭ ਸੈਨਾ ਸ਼ਹਿ। ਲਗਭਗ ਜਿੰਨੇ ਸੈਨਾਪਤੀ ਸੀ ਨਾ ਉਹ ਸਾਰੇ ਹੀ ਰਾਤੋਂ ਰਾਤ ਗੁਰੂ ਜੀ ਦੀ ਸਿੱਖਾਂ ਨੇ ਮੁਕਾ ਦਿੱਤੇ ਜੀ, ਸਾਰੇ ਸੈਨਾਪਤੀ।
ਹਾਂਜੀ ਦੂਰ ਹੁਤੋ ਰਣ ਖੇਤ ਤੇ ਸੁਨ ਸੁਨ ਬਿਸਮਾਇਓ ਹਾਂਜੀ ਏਤੋ ਲਸ਼ਕਰ ਕਿਹ ਹਤਿਓ ਨਹਿ ਪਰਿਓ ਲਖਾਇਓ। ਉਹ ਵੇਖਦਾ ਹੈ ਵੀ ਮਹਾਰਾਜ ਦਾ ਸਿੱਖ ਤੇ ਨਜ਼ਰ ਹੀ ਕੋਈ ਨਹੀਂ ਆਉਂਦਾ। ਇੰਨੀ ਫੌਜ ਮਾਰ ਕਿੰਨੇ ਦਿੱਤੀ ਮੇਰੀ, ਸਮਝ ਨਹੀਂ ਆਉਂਦੀ। ਸਾਧ ਸੰਗਤ ਜੀ, ਲਾਹੌਰ 'ਚ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਸਨ। ਲਾਹੌਰ 'ਚ ਬਹਿ ਕੇ ਕਹਿਣਾ ਸੌਖਾ ਸੀ ਵੀ ਮਾਰ ਦਿਆਂਗੇ, ਫੜ ਦਿਆਂਗੇ, ਵੱਢ ਦਿਆਂਗੇ, ਕੱਟ ਦਿਆਂਗੇ। ਜਿੰਨੀਆਂ ਗੱਲਾਂ ਮਹਾਰਾਜ ਬਾਰੇ ਕੀਤੀਆਂ ਸੀ, ਉਲਟ ਆਪਣੇ ਨਾਲ ਹੀ ਹੋ ਗਈਆਂ ਜੀ। ਹਾਂਜੀ ਇਤ ਉਤ ਕਰੈ ਬਿਲੋਕ ਬੋ ਚਿਤ ਚਿੰਤ ਬਿਸਾਲਾ। ਵੇਖ ਲੋ, ਉਹੋ ਹੀ ਲੱਲਾਂ ਬੇਗ ਹੈ ਨਾ, ਜਿਹੜਾ ਬੜੇ ਹੰਕਾਰ ਵਿੱਚ ਪਾਨ ਦਾ ਬੀੜਾ ਚੁੱਕਿਆ ਸੀ ਗੁਰੂ ਸਾਹਿਬ ਨੂੰ ਮਾਰਨ ਵਾਸਤੇ, ਤੇ ਹੁਣ ਮਰਿਆ ਹੋਇਆਂ ਨੂੰ ਵੇਖ ਕੇ ਨਾ ਆਪਣੀਆਂ ਫੌਜਾਂ ਨੂੰ, ਤੇ ਚਿੰਤਾ ਵਿੱਚ ਡੁੱਬ ਗਿਆ ਜੀ ਵੀ ਇਹ ਮੇਰੇ ਨਾਲ ਕੀ ਬਣ ਗਿਆ। ਹਾਂਜੀ ਭਗਨੀ ਪੁੱਤਰ ਸਮੀਪ ਥਿਤ ਬੋਲਿਓ ਤਿਸ ਕਾਲਾ। ਤੇ ਇਹਦਾ ਭਾਣਜਾ ਲਾਗੇ ਖਲੋਤਾ ਸੀਗਾ। ਭਾਣਜੇ ਦੇ ਵੀ ਕਰਤੱਵ ਤੁਸੀਂ ਜਾਣਦੇ ਹੀ ਹੋ। ਇੱਕ ਬੱਕਰਾ ਰੋਜ਼ ਮਾਰ ਕੇ ਖਾਂਦਾ ਹੁੰਦਾ ਸੀਗਾ ਲੱਲਾਂ ਬੇਗ ਦਾ ਭਾਣਜਾ। ਉਹ ਭਾਣਜਾ ਲਾਗੇ ਖਲੋਤਾ ਬੋਲਿਆ, ਮਾਤੁਲ ਕਿਆ ਦੇਖਤ ਖਰੇ ਰਣ ਸਮੈ ਵਿਚਾਰੋ। ਉਹਨੇ ਵੇਖਿਆ ਵੀ ਮੇਰਾ ਮਾਮਾ ਜਿਹੜਾ ਹੈ ਇਹ ਤੇ ਵਿਸ਼ਵਾਸ ਹੀ ਹਾਰ ਗਿਆ, ਡਰ ਗਿਆ। ਗੱਜ ਕੇ ਆਖੋ ਵਾਹਿਗੁਰੂ। ਤੇ ਗੱਲ ਤੇ ਸਾਰੀ ਸਾਹਸ ਦੀ ਹੈ। ਜਿਹੜਾ ਪਹਿਲਾਂ ਹੀ ਡਰ ਗਿਆ ਉਹ ਜਿੱਤੇਗਾ ਕਿਵੇਂ? ਤੇ ਸਾਹਮਣੇ ਵੀ ਗੁਰੂ ਸਾਹਿਬ ਨੇ। ਲੱਲਾਂ ਬੇਗ ਡਰਿਆ ਪਿਆ ਵੀ ਮੇਰੇ ਨਾਲ ਬਣ ਕੀ ਗਿਆ। ਤੇ ਲੱਲਾਂ ਬੇਗ ਦਾ ਜਿਹੜਾ ਭਾਣਜਾ ਹੈ ਨਾ, ਉਹ ਫਿਰ ਉਸ ਸਮੇਂ ਕਹਿਣ ਲੱਗਾ, ਮਾਮਾ ਜੀ ਹੁਣ ਕੀ ਵੇਖਦੇ ਹੋ? ਹੁਣ ਜੰਗ ਕਰਨ ਆਏ, ਹੁਣ ਆਪ ਵੀ ਅੱਗੇ ਹੋਵੋ। ਹਾਂਜੀ ਹੋਏ ਨਾ ਅਸਰਿਪ ਆਏ ਨਿਤ ਅਜ ਓਜ ਸੰਭਾਰੋ। ਐਸਾ ਨਾ ਹੋਵੇ ਤੁਸੀਂ ਬੈਠ ਕੇ ਇੱਥੇ ਸੋਚਦੇ ਰਹੋ ਤੇ ਗੁਰੂ ਜੀ ਦੇ ਸਿੱਖ ਸਾਡੇ ਉੱਤੇ ਹਮਲਾ ਕਰ ਦੇਣ। ਹੁਣ ਸਾਵਧਾਨ ਹੋਵੋ। ਕਹਿੰਦਾ ਹੁਣ ਕਰੋ ਜੰਗ। ਮਰੇ ਸੋ ਗਏ ਨਾ ਆਏ ਫਿਰ ਜੀਵਤ ਹੈ ਜੇਈ। ਜਿਹੜੇ ਮਰ ਗਏ ਉਹ ਚਲੇ ਗਏ, ਉਹਨਾਂ ਮੁੜ ਵਾਪਸ ਨਹੀਂ ਆਉਣਾ। ਪਰ ਜਿਹੜੇ ਜਿਉਂਦੇ ਆ, ਹੁਣ ਆਪਾਂ ਤੇ ਜੰਗ ਕਰੀਏ। ਵੇਖ ਲੋ, ਲੱਲਾਂ ਬੇਗ ਦਿਨ ਚੜ੍ਹਦੇ ਤੱਕ ਹੌਸਲੇ ਛੱਡ ਗਿਆ ਸੀਗਾ ਜੀ। ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਕਰਨੀ ਕੋਈ ਸੌਖਾ ਕੰਮ ਨਹੀਂ ਹੈ। ਮੇਰੇ ਸਤਿਗੁਰੂ ਜੀ ਬੜੇ ਵੱਡੇ ਨੇ, ਸੰਗਤ ਜੀ ਬੜੇ ਵੱਡੇ ਨੇ। ਦਿਨ ਚੜ੍ਹਦੇ ਤੱਕ ਤਾਂ ਲੱਲਾਂ ਬੇਗ ਹੌਸਲੇ ਹੀ ਛੱਡ ਗਿਆ ਸਾਰੇ। ਉਹਦਾ ਭਾਣਜਾ ਉਹਨੂੰ ਸਮਝਾਉਂਦਾ ਹੈ, ਤਿਨਹੋਂ ਯਤਨ ਕਰ ਬੋਬਨ ਹੈ ਦਾਨੇ ਵੱਡ ਤੇਈ। ਅਸੀਂ ਜਿਉਂਦੇ ਜਾਗਦੇ ਬੈਠੇ। ਕਹਿੰਦਾ ਸਾਨੂੰ ਤਾਂ ਹੁਣ ਯਤਨ ਕਰਨਾ ਚਾਹੀਦਾ ਹੈ ਨਾ। ਹਾਂਜੀ ਚੜ੍ਹੇ ਹੁਤੇ ਹਮ ਲਰਨ ਕੋ ਨਹਿ ਖਾਨਾ ਖਾਨੇ। ਅਸੀਂ ਖਾਣਾ ਖਾਣ ਵਾਸਤੇ ਤਾਂ ਨਹੀਂ ਆਏ, ਅਸੀਂ ਲੜਨ ਵਾਸਤੇ ਇੱਥੇ ਆਏ ਆ। ਹਾਂਜੀ ਮਾਰਨ ਮਰਨੋ ਕਾਜ ਰਣ ਕਿਆ ਚਿੰਤਾ ਠਾਨੇ। ਤੇ ਮਾਰਨ ਮਰਨੋ ਕਾਜ ਰਨ ਕਿਆ ਚਿੰਤਾ ਠਾਨੇ। ਮਾਮਾ ਜੀ ਹੁਣ ਨਾ ਤੁਸੀਂ ਚਿੰਤਾ ਵਿੱਚ ਡੁੱਬੇ ਹੋਏ ਲੱਗਦੇ ਜੇ। ਹੁਣ ਚਿੰਤਾ ਕਿਉਂ ਕਰਦੇ ਹੋ? ਜੇ ਮਹਾਰਾਜ ਉੱਤੇ ਹੁਣ ਤੁਸੀਂ ਜੰਗ ਲੈ ਕੇ ਆਏ ਹੀ ਹੋ ਤੇ ਵਾਹਿਗੁਰੂ ਫੌਜ ਲੈ ਕੇ ਆਏ ਹੀ ਹੋ, ਤੇ ਹੁਣ ਕਰੋ ਜੰਗ ਫਿਰ। ਲਲਾ ਬੇਗ ਸੁਨ ਪੁਨ ਭਨਿਓ ਕਿਉਂ ਨਹੀਂ ਵਿਚਾਰੋ। ਤੇ ਲੱਲਾਂ ਬੇਗ ਨਾ ਚਿੰਤਾ ਦੇ ਸਮੁੰਦਰ ਵਿੱਚ ਡੁਬਕੀਆਂ ਮਾਰਨ ਦਿਆ। ਲੱਲਾਂ ਬੇਗ ਕਹਿੰਦਾ ਮੈਂ ਚਿੰਤਾ ਕਿਉਂ ਨਾ ਕਰਾਂ, ਕਿਉਂ ਨਾ ਕਰਾਂ। ਚੌਥੋ ਭਾਗ ਸੋ ਦਲ ਰਹਿਓ ਤ੍ਰੈ ਭਾਗ ਸੋ ਮਾਰੋ। ਮੇਰੀਆਂ ਫੌਜਾਂ ਦਾ ਇੱਕੋ ਭਾਗ ਹੀ ਰਹਿ ਗਿਆ। 3 ਭਾਗ ਜਿਹੜੇ ਆ ਉਹ ਮਰ ਚੁੱਕੇ ਆ। ਭਾਵ 75% ਫੌਜ ਜਿਹੜੀ ਆ ਉਹ ਮਰ ਚੁੱਕੀ ਹੈ ਤੇ 25% ਰਹਿ ਗਈ ਹੈ ਸਾਰੀ। ਕਹਾਂ ਵਿਜੈ ਅਬ ਹੋਏਗੀ ਰਹੇ ਭਟ ਥੋਰੇ। ਤੇ ਹੁਣ ਕਿੱਥੋਂ ਜਿੱਤ ਹੋਣੀ ਹੈ? ਆਖੋ ਵਾਹਿਗੁਰੂ। ਵਾਹਿਗੁਰੂ। ਵੇਖ ਲਓ, ਦਿਨ ਚੜ੍ਹਦਿਆਂ ਉਹਨੇ ਹਥਿਆਰ ਛੱਡ ਦਿੱਤੇ ਸੀਗੇ। ਤੇ ਤੁਸੀਂ ਸੁਣਿਆ ਜਦੋਂ ਲਾਹੌਰ ਤੋਂ ਤੁਰਿਆ ਤੇ ਕਿੰਨੀਆਂ ਡੀਂਗਾਂ ਮਾਰਦਾ ਸੀਗਾ। ਤੇ ਐਵੇਂ ਥੋੜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਵੱਡ ਯੋਧਾ ਬਹੁ ਭਾਰੀ ਉਪਕਾਰੀ। ਵੱਡੇ ਯੋਧੇ ਨੇ ਸੱਚੇ ਪਾਤਸ਼ਾਹ ਮਹਾਰਾਜ।
ਕਹਿੰਦਾ ਮੈਂ ਕਿਉਂ ਨਾ ਚਿੰਤਾ ਕਰਾਂ, ਕਹਿੰਦਾ ਇੱਕ ਹਿੱਸਾ ਫੌਜ ਸਾਡੀ ਰਹਿ ਗਈ ਹੈ। ਹਾਂਜੀ, ਲਖਿਓ ਨਾ ਸ਼ਤਰੂ ਭੇਦ ਕੋ ਡੇਰਾ ਕਿਤ ਓਰੇ। ਕਹਿਣ ਲੱਗਾ 3 ਹਿੱਸੇ ਫੌਜ ਮਰ ਗਈ ਹੈ, ਪਰ ਅਜੇ ਤੱਕ ਇਹ ਹੀ ਨਹੀਂ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਫੌਜਾਂ ਬੈਠੀਆਂ ਕਿੱਥੇ ਨੇ। ਅਜੇ ਤੱਕ ਉਹਨਾਂ ਦੇ ਡੇਰੇ ਦਾ ਹੀ ਨਹੀਂ ਪਤਾ ਲੱਗਾ, ਸਾਨੂੰ ਆਸਣ ਦਾ ਹੀ ਨਹੀਂ ਪਤਾ ਲੱਗਾ। ਆਏ ਅਗਾਊ ਰੋਕ ਕਰ ਤਮ ਮੈਂ ਦਲ ਮਾਰਾ। ਉਹ ਤੇ ਰਾਤੋਂ ਰਾਤ ਹੀ ਬੜਾ ਅਗਾਊ ਆ ਕੇ ਅੱਗੇ ਆ ਕੇ ਸਾਡੀਆਂ ਫੌਜਾਂ ਮਾਰ ਗਏ ਆ। ਕਟੇ ਆਪ ਸ਼ਸਤਰ ਗਹਿ ਨਹਿ ਕਰੀ ਸੰਭਾਰਾ। ਕਹਿੰਦਾ ਵੇਖੋ ਕਿਤੇ ਜੰਗ ਦੇ ਮੈਦਾਨ 'ਚ ਕੋਈ ਸਿੱਖ ਮਰਿਆ ਨਜ਼ਰ ਆਉਂਦਾ, ਕਿਤੇ ਹੀ ਹੈ ਕੋਈ ਸਿੱਖ ਹੋਵੇ, ਸਾਡੇ ਹੀ ਬੰਦੇ ਮਰੇ ਪਏ ਆ ਸਾਰੇ। ਕਾਸਮ ਬੇਗ ਅਰ ਸ਼ਮਸ ਬੇਗ ਦੋਨੋਂ ਸੁਤ ਤੀਰਾ। ਤੇ ਅਜੇ ਭਾਣਜੇ ਨਾਲ ਗੱਲ ਕਰ ਹੀ ਰਿਹਾ ਸੀ ਤੇ ਲਲਾਂ ਬੇਗ ਦੇ ਪੁੱਤ ਵੀ ਬੋਲੇ ਦੋਵੇਂ। ਹਾਂਜੀ, ਭਰਾਤਾ ਕੰਬਰ ਬੇਗ ਢਿੱਗ ਬੋਲਿਓ ਧਰ ਧੀਰਾ। ਤੇ ਨਾਲ ਹੀ ਲੱਲਾਂ ਬੇਗ ਦਾ ਭਰਾ ਵੀ ਬੋਲਿਆ ਜੀ। ਹਾਂਜੀ, ਕਹਾਂ ਕਰਹਿ ਲਸ਼ਕਰ ਮਰਿਓ ਕਰ ਕੁਮਤ ਮਾਰਾਇਓ। ਕਹਿਣ ਲੱਗਾ ਕੀ ਕਰੀਏ ਜੇ ਫੌਜਾਂ ਮਰੀਆਂ ਤੇ, ਅਸੀਂ ਕਿਹਾ ਸੀ ਵੀ ਰਾਤ ਹਮਲਾ ਕਰੋ, ਕਹਿੰਦੇ ਅਸੀਂ ਤੇ ਕਿਹਾ ਸੀ ਦਿਨੇ ਹਮਲਾ ਕਰੋ। ਤੇ ਲੱਲਾਂ ਬੇਗ ਜੀ ਉਦੋਂ ਤੁਸੀਂ ਕਹਿੰਦੇ ਸੀ ਰਾਤੋਂ ਰਾਤ ਹਮਲਾ ਕਰਨਾ ਹੈ, ਹੁਣ ਅਸੀਂ ਕੀ ਕਰੀਏ, ਕਹਿੰਦੇ ਜੇ ਫੌਜਾਂ ਮਰ ਗਈਆਂ ਸਾਡਾ ਕੀ ਕਸੂਰ ਹੈਗਾ, ਕਹਿੰਦੇ। ਹਾਂਜੀ, ਥਕਤ ਸ਼ੁੱਧਤ ਭਾਰਾ ਪਰਿਓ ਕਹਿ ਭੇਰ ਕਰਾਇਓ। ਅਸੀਂ ਕਿਹਾ ਸੀ ਸਾਡੀਆਂ ਫੌਜਾਂ ਥੱਕੀਆਂ ਨੇ, ਭੁੱਖੀਆਂ ਨੇ, ਰਾਤ ਨੂੰ ਠੰਡ ਬੜੀ ਹੈ, ਪਰ ਤੁਸੀਂ ਨਹੀਂ ਮੰਨੀ, ਕਹਿੰਦੇ ਉਦੋਂ ਤੁਸੀਂ ਮੰਨੀ ਨਹੀਂ ਸਾਡੀ ਕਿਸੇ ਦੀ ਗੱਲ। ਸ਼ਤਰੂ ਤਪਤ ਪਾਵਕ ਨਿਕਟ ਸਭ ਵਿਦ ਵਿਸਰਾਮੇ। ਕਹਿੰਦਾ ਗੁਰੂ ਦੇ ਸਿੱਖ ਤਾਂ ਅੱਗ ਸੇਕਦੇ ਹੋਏ ਆਉਂਦੇ ਆ, ਉਹ ਨਿੱਘੇ ਹੋਏ ਆਉਂਦੇ ਆ ਤੇ ਮਾਰ ਕੇ ਚਲੇ ਜਾਂਦੇ ਸਾਡੇ ਬੰਦਿਆਂ ਨੂੰ। ਉਠਤ ਤੁਰਤ ਤਜ ਤੁਪਕ ਗਨ ਹੱਥ ਪੱਠ ਜਮ ਧਾਮੇ। ਉਸੇ ਵੇਲੇ ਹੀ ਆਉਂਦੇ ਆ ਜਦੋਂ ਸਾਡੀਆਂ ਫੌਜਾਂ ਪਹੁੰਚਦੀਆਂ ਸਨ, ਉਸੇ ਵੇਲੇ ਸਿੱਖ ਬੰਦੂਕਾਂ ਮਾਰ ਕੇ ਤੇ ਸਾਡੀਆਂ ਫੌਜਾਂ ਨੂੰ ਜਮਾਂ ਦੇ ਘਰ ਪਹੁੰਚਾ ਦਿੰਦੇ ਸੀਗੇ। ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਰਾਤ ਹਮਲਾ ਨਾ ਕਰੀਏ, ਪਰ ਤੁਸੀਂ ਕਹਿੰਦੇ ਸੀ ਨਹੀਂ ਰਾਤ ਨੂੰ ਹੀ ਹਮਲਾ ਕਰਨਾ। ਹਾਂਜੀ, ਮੈਂ ਬਹੁ ਬਿਦ ਬੁੱਧ ਕਰ ਰਹਿਓ ਨਹਿ ਬਨਿਓ ਉਪਾਈ। ਉਹ ਕਾਸਮ ਬੇਗ ਕੰਬਰ ਬੇਗ ਕਹਿੰਦਾ ਵੀ ਹੁਣ ਮੈਂ ਬੜਾ ਯਤਨ ਕੀਤਾ ਪਰ ਗੱਲ ਬਣੀ ਨਹੀਂ ਹੁਣ ਕੋਈ। ਨੀਠ ਨੀਠ ਇੱਕ ਤੁਪਕ ਭੱਟ ਰਣ ਸਕੇ ਚਲਾਈ। ਸਾਡੇ ਸਿਪਾਹੀ ਮਸਾਂ ਇੱਕ ਗੋਲੀ ਚਲਾਉਂਦੇ ਸੀਗੇ, ਪਰ ਉਧਰੋਂ ਗੋਲੀਆਂ ਦਾ ਮੀਂਹ ਵਰ ਜਾਂਦਾ ਸੀ। ਸੰਗਤ ਜੀ ਉਹਨਾਂ ਨੇ ਤੇ ਹੁਣ ਇਹੋ ਜਿਹੀਆਂ ਗੱਲਾਂ ਕਰਨੀਆਂ ਹੀ ਨਾ। ਹਾਂਜੀ, ਉਕਸੇ ਹਾਥ ਨਾ ਸੀਤ ਤੇ ਰਿਪ ਮਿਲ ਸਮਦਾਇਆ। ਖੜਗ ਪ੍ਰਹਾਰੇ ਆਨ ਕਰ ਲਸ਼ਕਰ ਬਿਕੁਲਾਇਆ। ਤੇ ਇਸ ਤਰੀਕੇ ਨਾਲ ਰਾਤ ਹੁਣ ਬਹੁਤੀਆਂ ਫੌਜਾਂ ਮਰ ਗਈਆਂ ਸਾਡੀਆਂ, ਕੀ ਕਰੀਏ ਅਸੀਂ, ਕੀ ਕਰੀਏ, ਕਹਿੰਦਾ। ਤੇ ਲੱਲਾਂ ਬੇਗ ਦੇ ਆਪਣੇ ਹੀ ਬੰਦੇ ਨਾ ਉਹਦੀ ਮੁਖਾਲਫਤ ਕਰਨ ਲੱਗ ਪਏ। ਅਜੇ ਜੰਗ ਵਿੱਚ ਹੀ ਚੱਲਣ ਦਈ ਹੈ, ਉਹਨਾਂ 'ਚ ਆਪਸ 'ਚ ਰੌਲਾ ਪੈਣਾ ਸ਼ੁਰੂ ਹੋ ਗਿਆ ਜੀ। ਲੱਲਾਂ ਬੇਗ ਜਾਨੀ ਤਬੈ ਇਹ ਨੀਕ ਬਖਾਨੇ। ਤੇ ਲੱਲਾਂ ਬੇਗ ਕਹਿੰਦਾ, ਉਹਨੇ ਸੋਚਦਾ ਹੈ ਵੀ ਇਹ ਠੀਕ ਕਹਿ ਰਹੇ ਆ ਮੇਰੇ ਬੰਦੇ, ਜੇ ਮੇਰੀ ਗਲਤੀ ਕੱਢ ਰਹੇ ਆ ਨਾ ਤੇ ਗਲਤੀ ਮੇਰੀ ਸੀ, ਮੈਂ ਰਾਤ ਨੂੰ ਫੌਜਾਂ ਭੇਜ ਦਿੱਤੀਆਂ। ਅਬ ਕਿਆ ਹੋਤ ਜਤਨ ਕੁਛ ਰਿਪ ਗਨ ਰਣਹਾਨੇ। ਉਹ ਕਹਿੰਦਾ ਵੀ ਹੁਣ ਦੱਸੋ ਵੀ ਹੁਣ ਕੀ ਬਣੇ, ਹੁਣ ਕਿਵੇਂ ਜਿੱਤੀਏ ਅਸੀਂ। ਹਾਂਜੀ, ਚੜ੍ਹਿਓ ਆਪ ਸਭ ਸੰਗ ਲੈ ਹੋਏ ਕੈ ਸਮੁਹਾਈ। ਹਾਂਜੀ, ਚਾਹਤ ਭਾਰਣ ਖੇਤ ਮੈਂ ਕਰੂੰ ਲੜਾਈ। ਕਹਿਣ ਲੱਗਾ ਹੁਣ ਤਾਂ ਮੇਰੀ ਇਹੋ ਹੀ ਇੱਛਾ ਹੈ, ਅਸੀਂ ਪੰਜੇ ਹੀ ਚੱਲੀਏ ਤੇ ਜਿਹੜੀਆਂ ਫੌਜਾਂ ਰਹਿ ਗਈਆਂ ਉਹਨਾਂ ਨੂੰ ਨਾਲ ਲਈਏ ਤੇ ਹਮਲਾ ਕਰ ਦਈਏ। ਕੌਣ ਕੌਣ? ਇੱਕ ਲੱਲਾਂ ਬੇਗ ਆਪ, ਇੱਕ ਉਹਦਾ ਭਰਾ, 2 ਉਹਦੇ ਪੁੱਤ, ਇੱਕ ਉਹਦਾ ਭਾਣਜਾ। ਕਹਿੰਦਾ ਹੁਣ ਆਪ ਚੱਲੀਏ, ਹੱਥੋਂ ਹੱਥੀ ਜੰਗ ਕਰੀਏ। ਹਾਂਜੀ, ਇਤ ਤੋ ਇਹ ਚੜ ਕਰ ਚੱਲਿਓ ਬੜ ਸ਼ੋਰ ਉਠੰਤਾ। ਬਜੇ ਦਮਾਮੇ ਸੈਂਕਰੇ ਉਤਸ਼ਾਹ ਤਰੰਤਾ। ਤੇ ਫਿਰ ਜਦੋਂ ਸੰਗਤ ਜੀ ਇਹ ਤੁਰੇ ਆ
ਤੇ ਫਿਰ ਬੜੇ ਉੱਥੇ ਦਮਾਮੇ ਵੱਜੇ, ਬਹੁਤ ਕੁਝ ਹੋਇਆ। ਤੇ ਜਦੋਂ ਲੱਲਾ ਬੇਗ ਆ ਰਿਹਾ ਜੰਗ ਦੇ ਮੈਦਾਨ ਦੇ ਵਿੱਚ ਘੋੜੇ ਤੇ ਚੜ੍ਹ ਕੇ, 10,000 ਬੰਦੇ ਲੈ ਕੇ, ਨਾਲ ਆਪਣੇ ਭਰਾ ਲੈ ਕੇ, ਤੇ ਲੱਲਾ ਬੇਗ ਰਸਤੇ ਵਿੱਚ ਆਪਣੇ ਮਰੇ ਹੋਏ ਬੰਦਿਆਂ ਨੂੰ ਵੇਖਦਾ ਹੈ। ਹਾਂਜੀ, ਲਲਾ ਬੇਗ ਬਿਸਮਿਓ ਪਿਖਤ ਚਹੁੰ ਦਿਸ਼ ਭਾਇ ਮਾਨਾ। ਡਰ ਗਿਆ ਜੀ, ਲੱਲਾ ਬੇਗ ਡਰ ਗਿਆ। ਜਿਸ ਤਰੀਕੇ ਨਾਲ ਗੁਰਸਿੱਖਾਂ ਨੇ ਮਾਰ ਮਾਰੀ ਸੀ ਨਾ, ਲੱਲਾ ਬੇਗ ਵੇਖ ਕੇ ਡਰ ਗਿਆ ਜੀ। ਹਾਂਜੀ, ਯਾ ਖੁਦਾਏ ਇਹ ਕਿਆ ਭਇਓ ਕਿਮ ਲਸ਼ਕਰ ਹਾਨਾ। ਕਹਿੰਦਾ ਯਾ ਖੁਦਾਇਆ, ਇਹ ਕੀ ਬਣ ਗਿਆ ਸਾਡੇ ਨਾਲ? ਇਸ ਤਰੀਕੇ ਨਾਲ ਕਿੰਨੇ ਸਾਡੀ ਫੌਜ ਮਾਰ ਦਿੱਤੀ? ਗੱਜ ਕੇ ਆਖੋ ਵਾਹਿਗੁਰੂ। ਕਾਂ ਮਾਸ ਖਾ ਰਹੇ ਆ, ਇੱਲਾਂ ਮਾਸ ਖਾ ਰਹੀਆਂ। ਲੱਲਾ ਬੇਗ ਦੇ ਸਿਪਾਹੀ ਪਿੱਛੋਂ ਬੋਲੇ, ਲੱਲਾ ਬੇਗ ਜੀ, ਸਾਡੇ ਬੰਦਿਆਂ ਦਾ ਮਾਸ ਕਾਂ ਇੱਲਾਂ ਖਾ ਰਹੇ ਆ। ਇਹ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਅਸ਼ੀਸਾਂ ਦਿੰਦੇ ਹੋਣਗੇ ਵੀ ਚੰਗਾ ਕੀਤਾ ਸਾਨੂੰ ਮਾਸ ਖਾਣ ਨੂੰ ਮਿਲਿਆ ਨਾ। ਤੇ ਲੱਲਾ ਬੇਗ ਕਲਪੇ। ਹਾਂਜੀ, ਛੁਟਤ ਸ਼ਲਖ ਬੜ ਰੌਰ ਭਾਥਿਤ ਜੋਧ ਲਹੰਤਾ। ਤੁਰਕਾਨੀ ਸੈਨਾ ਕਨੀ ਆਈ ਦ੍ਰਿਸ਼ਟੰਤਾ। ਤੇ ਜਦੋਂ ਗੋਲੀਆਂ ਦੇ ਫਾਇਰ ਕੱਢਦੇ ਹੋਏ ਆ ਰਹੇ ਆ ਨਾ, ਤੇ ਸੰਗਤ ਜੀ ਰਾਏ ਜੋਧ ਬੜਾ ਸਿਆਣਾ ਹੈ। ਰਾਏ ਜੋਧ ਨੇ ਦੂਰੋਂ ਹੀ ਅੰਦਾਜ਼ਾ ਲਾ ਲਿਆ ਵੀ ਜਿੰਨੇ ਕੁ ਰਹਿ ਗਏ ਆ ਹੁਣ ਸਾਰੇ ਹੀ ਟੁੱਟ ਕੇ ਸਾਡੇ ਤੇ ਪੈਣ ਲੱਗੇ ਆ ਕੇ। ਸ਼ਸਤਰ ਬਸਤਰ ਬਹੁ ਮੋਲ ਕੇ ਹੈ ਥਕਤ ਬਡੇਰੇ। ਦਿਪਤ ਵਿਭੂਖਨ ਜਿਨਹੋਂ ਕੇ ਬਹੁ ਕੰਚਨ ਕੇਰੇ। ਤੇ ਬੜੇ ਬੜੇ ਮਹਿੰਗੇ ਘੋੜੇ ਸੀਗੇ ਲੱਲਾ ਬੇਗ ਦੀ ਫੌਜ ਦੇ ਕੋਲ, ਬਹੁਤ ਬਹੁਤ ਵਧੀਆ ਸ਼ਸਤਰ ਸਨ। ਤੇ ਜਿਸ ਹਿਸਾਬ ਨਾਲ ਫਾਇਰ ਕੱਢਦੇ ਆ ਰਹੇ ਸੀ ਨਾ, ਲੱਲਾ ਵਾਹਿਗੁਰੂ ਰਾਏ ਜੋਧ ਅੰਦਾਜ਼ਾ ਲਾਉਂਦਾ ਹੈ ਵੀ ਤਿਆਰੀ ਨਾਲ ਆਏ ਆ ਹੁਣ। ਹਾਂਜੀ, ਇੱਕ ਸਾਉਰ ਦੌੜਿਓ ਗਇਓ ਗੁਰ ਢਿਗ ਸੁਧ ਦੀਨੀ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਦੋਂ ਲੱਲਾ ਬੇਗ ਮਹਾਰਾਜ ਉੱਤੇ ਆ ਰਿਹਾ ਨਾ ਚੜ੍ਹਾਈ ਕਰਨ, ਗੁਰੂ ਸਾਹਿਬ ਨੂੰ ਤੇ ਸਾਰੀ ਗੱਲ ਦਾ ਪਤਾ ਹੀ ਹੈ। ਭਾਈ ਬਹਿਲੋ ਜੀ ਦੀ ਸਾਖੀ ਤੁਸੀਂ ਸੁਣੀ ਸੀ ਨਾ, ਮਹਾਰਾਜ ਨੇ ਭਾਈ ਬਹਿਲੋ ਨੂੰ ਕਿਹਾ ਸੀ ਵੀ ਤੇਰੀ ਭੂਤਨੀ ਨੂੰ ਫੜ ਲਿਆ ਹੀ ਉਹਨਾਂ ਨੇ, ਤੇ ਫੌਜਾਂ ਤੁਰ ਪਈਆਂ। ਪਰ ਸਿੱਖ ਆਪਣਾ ਫਰਜ਼ ਨਿਭਾਉਂਦੇ ਆ। ਇੱਕ ਸਿੱਖ ਭੱਜਾ ਆਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ। ਮਹਾਰਾਜ ਪੂਰੇ ਤਿਆਰ ਬਰ ਹੋ ਕੇ ਸ਼ਸਤਰ ਪਾ ਕੇ ਸੱਜੇ ਸਨ। ਮਹਾਰਾਜ ਤੁਰਕਾਨ ਕੀ ਸੈਨਾ ਬੜ ਚੀਨੀ। ਕਹਿੰਦਾ ਮਹਾਰਾਜ ਤੁਰਕਾਂ ਦੀ ਫੌਜ ਆਉਂਦੀ ਹੋਈ ਵੇਖ ਰਹੇ ਆ, ਤੇ ਵੱਡੀ ਫੌਜ ਆ ਰਹੀ ਹੈ। ਸਭ ਉਮੜੀ ਰਿਸ ਬਹੁ ਕਰੀ ਰਨ ਖੇਤ ਮਝਾਰਾ। ਤੇ ਸਾਰਿਆਂ ਦਾ ਇਹ ਅੰਦਾਜ਼ਾ ਹੈ ਵੀ ਜਿੰਨੀ ਫੌਜ ਸੀ ਨਾ ਰਹਿ ਗਈ, ਉਹ ਸਾਰੀ ਆ ਗਈ ਹੈ ਹੁਣ। ਲਰਤ ਜੋਧ ਜਾਤੀ ਮਲਕ ਉਤਸ਼ਾਹ ਉਦਾਰਾ। ਤੇ ਰਾਏ ਜੋਧ ਤੇ ਭਾਈ ਜਾਤੀ ਮਲਕ ਬੜੇ ਉਤਸ਼ਾਹ ਦੇ ਨਾਲ ਮਹਾਰਾਜ ਜੰਗ ਕਰ ਰਹੇ ਆ। ਬਾਕੀ ਰਹੇ ਨਾ ਤੁਰਕ ਅਬ ਜੀਵਤ ਸਭ ਆਏ। ਹੁਣ ਇਉਂ ਲੱਗਦਾ ਵੀ ਸਤਿਗੁਰੂ ਜੀ ਪਿੱਛੇ ਕੋਈ ਵੀ ਤੁਰਕ ਨਹੀਂ ਰਹਿ ਗਿਆ, ਸਾਰੇ ਹੀ ਚੜ ਕੇ ਆ ਗਏ ਆ, ਇਉਂ ਲੱਗਦਾ ਹੈ ਹੁਣ। ਮਰੇ ਪਰੇ ਬਹੁ ਕੋਸ ਲਗ ਅਸ ਭਟ ਸਮੁਦਾਏ। ਅਬ ਪ੍ਰਕਾਸ਼ ਭਾ ਦਿਖਤ ਹੈ ਏਤੇ ਕਿਨ ਬਾਰੇ। ਪਰੇ ਤੁਰੰਗ ਪਰ ਤੁਰੰਗ ਬਹੁ ਧਰ ਪਰ ਧਰ ਡਾਰੇ। ਤੇ ਬਾਕੀ ਮਹਾਰਾਜ ਨਜ਼ਰ ਤੇ ਨਹੀਂ ਆ ਰਹੇ ਵੀ ਕਿੰਨੇ ਕੁ ਆ ਰਹੇ ਆ, ਪਰ ਹਾਂ ਉਹਨਾਂ ਦੇ ਘੋੜੇ, ਉਹਨਾਂ ਦੇ ਸਿਪਾਹੀ ਬੜੇ ਮਰੇ ਹੋਏ ਪਏ ਆ ਉੱਥੇ। ਹਾਂਜੀ, ਤਬਲ ਨਗਾਰੇ ਗਨ ਬਜੇ ਬਹੁ ਭਟਕ ਬਹੁ ਭੇਰਾ। ਭਈ ਪ੍ਰਭਾਤ ਪ੍ਰਕਾਸ਼ ਮੈਂ ਰਿਸ ਕੀਨ ਕਨੇਰਾ। ਸੁਨ ਸਗਰੀ ਸੁਧ ਸਤਿਗੁਰੂ ਅਸ ਚੜੇ ਸੁਹੇਲੇ। ਤੇ ਮਹਾਰਾਜ ਨੇ ਜਦੋਂ ਫਿਰ ਖਬਰ ਸੁਣ ਲਈ ਨਾ ਵੀ ਫੌਜਾਂ ਆ ਗਈਆਂ, ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਗੁਰਸਿੱਖਾਂ ਨੂੰ ਕਹਿੰਦੇ ਵੀ ਸੁਹੇਲਾ ਘੋੜਾ ਲੈ ਕੇ ਆਓ, ਭਾਵ ਗੁੱਲਬਾਗ। ਗੁੱਲਬਾਗ ਦਾ ਨਾਮ ਬਦਲ ਕੇ ਛੇਵੇਂ ਪਾਤਸ਼ਾਹ ਨੇ ਸੁਹੇਲਾ ਰੱਖ ਦਿੱਤਾ ਸੀ। ਮਹਾਰਾਜ ਕਹਿੰਦੇ ਸੁਹੇਲਾ ਘੋੜਾ ਲੈ ਕੇ ਆਓ। ਸੁਹੇਲਾ ਘੋੜਾ ਲੈ ਕੇ ਆਏ ਆ। ਗਰੀਬ ਨਵਾਜ਼ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ, ਤੇ ਸਤਿਗੁਰੂ ਜੀ
ਜੰਗ ਕਰਨ ਵਾਸਤੇ ਸੁਹੇਲੇ ਘੋੜੇ ਦੇ ਉੱਤੇ ਬੈਠ ਗਏ। ਚੋਬ ਭਰੀ ਰਣਜੀਤ ਪਰ ਭਟ ਆਯੁਧ ਲੈ ਲੇ। ਕਹਿਣ ਲੱਗੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਜਣਾ ਕੀਤਾ ਨਾ, ਮਹਾਰਾਜ ਸੱਜ ਗਏ ਘੋੜੇ ਦੇ ਉੱਤੇ, ਤੇ ਫਿਰ ਚੋਬ ਪਈ, ਭਾਵ ਨਗਾਰੇ ਵੱਜੇ। ਵੀ ਨਗਾਰੇ ਵੱਜਣ ਦਾ ਭਾਵ ਇਹ ਸੀ ਵੀ ਮਹਾਰਾਜ ਛੇਵੇਂ ਪਾਤਸ਼ਾਹ ਹੁਣ ਆਪ ਸੱਜ ਗਏ ਹਨ। ਸ਼ੇਰ ਤੁਰੰਗਮ ਕੋ ਚੱਲੇ ਨਹਿ ਬਿਲਮ ਲਗਾਈ। ਘੋੜੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਤੋਰਿਆ ਦੀ ਅੱਗੇ ਦੀ, ਫਿਰ ਦੇਰੀ ਨਹੀਂ ਕੀਤੀ। ਆਏ ਥਿਰੇ ਟਿਗ ਜੋਧ ਕੇ ਜਹ ਮਚਤਰ ਲਾਈ। ਤੇ ਜਿੱਥੇ ਰਾਏ ਜੋਧ ਜੰਗ ਕਰ ਰਿਹਾ ਸੀ ਨਾ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ, ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਘੋੜਾ ਬਰਾਬਰ ਕਰਕੇ ਰਾਏ ਜੋਧ ਦੇ ਲਾਗੇ ਪਹੁੰਚ ਗਏ ਜੀ, ਜਿੱਥੇ ਰਾਏ ਜੋਧ ਜੰਗ ਕਰ ਰਿਹਾ ਸੀ। ਰਾਏ ਜੋਧ ਨੇ ਇੱਕਦਮ ਵੇਖਿਆ ਮਾਲਕ ਆਪ ਆ ਗਏ ਆ, ਗੁਰੂ ਹਰਗੋਬਿੰਦ ਸਾਹਿਬ ਆਪ ਆ ਗਏ ਜੰਗ ਕਰਨ ਵਾਸਤੇ। ਦੂਤ ਹਸਨ ਖਾਂ ਸਤਿਗੁਰੂ ਨਿਜ ਨਿਕਟ ਬੁਲਾਇਓ। ਤੇ ਮਹਾਰਾਜ ਕਹਿਣ ਲੱਗੇ ਰਾਏ ਜੋਧ ਹਸਨ ਖਾਂ ਨੂੰ ਸੱਦ। ਹਸਨ ਖਾਂ ਦੂਤ, ਜਿਹਨੂੰ ਮਹਾਰਾਜ ਕਹਿੰਦੇ ਸੀ ਤੈਨੂੰ ਕਾਬਲ ਦਾ ਸਰਦਾਰ ਬਣਾਉਣਾ, ਮਹਾਰਾਜ ਕਹਿੰਦੇ ਉਹਨੂੰ ਸੱਦ ਸਾਡੇ ਕੋਲ। ਹਾਂਜੀ। ਲਲਾਂ ਬੇਗ ਕਹੋ ਕਹਾਂ ਹੈ ਜੋ ਚੜ ਕਰ ਆਇਓ। ਹਾਂਜੀ। ਸੁਨਤ ਨਿਹਾਰੇ ਸਕਲ ਤਿਨ ਜੇ ਚਿੰਨ ਮਹਾਨੇ। ਤੇ ਹਸਨ ਖਾਂ ਦੂਤ ਆਇਆ, ਮਹਾਰਾਜ ਹਸਨ ਖਾਂ ਵੱਲ ਵੇਖ ਕੇ ਕਹਿੰਦੇ ਹਸਨ ਖਾਂ ਦੱਸ ਇਹਨਾਂ ਵਿੱਚੋਂ ਲੱਲਾਂ ਬੇਗ ਕਿਹੜਾ ਹੈਗਾ। ਕਹਿਣ ਲੱਗੇ ਦੱਸ, ਕਹਿੰਦੇ ਕਿਹੜਾ ਹੈਗਾ ਇਹ ਲੱਲਾਂ ਬੇਗ। ਫਿਰ ਪੜ੍ਹ ਦੋ। ਸੁਨਤ ਨਿਹਾਰੇ ਸਕਲ ਤਿਨ ਜੇ ਚਿੰਨ ਮਹਾਨੇ। ਉਹਨੇ ਫਿਰ ਮਹਾਰਾਜ ਦਾ ਬਚਨ ਸੁਣ ਕੇ ਨਾ ਸਾਰਿਆਂ ਵੱਲ ਵੇਖਿਆ ਜੀ, ਤੇ ਉਹਨਾਂ ਵਿੱਚੋਂ ਲੱਲਾਂ ਬੇਗ ਨੂੰ ਪਛਾਣ ਕੇ ਮਹਾਰਾਜ ਨੂੰ ਦੱਸਣ ਲੱਗਾ। ਬਰਨ ਬਰਨ ਕੀ ਬੈਰ ਖਾਨ ਨਿਜ ਨਿਜ ਅਗਵਾਨੇ। ਮਹਾਰਾਜਾ ਜਿਹਦੇ ਲਾਗੇ ਰੰਗ ਬਰੰਗੇ ਝੰਡੇ ਜੇ ਲੱਗੇ ਹੋਏ ਆ ਨਾ, ਜਿਹੜਾ ਸਾਰਿਆਂ ਤੋਂ ਅੱਗੇ ਆ ਇਸ ਸਮੇਂ। ਕਹਿਣ ਲੱਗਿਓ ਸੁਣੀਐ ਪ੍ਰਭੂ ਉਪਰ ਪੁਸਤੀਨਾ। ਤੇ ਮਹਾਰਾਜ ਜਿਹਨੇ ਚਮੜੇ ਦਾ ਕੋਟ ਆਪਣੇ ਸਰੀਰ ਉੱਤੇ ਪਾਇਆ, ਇਹਨੂੰ ਠੰਡ ਨਹੀਂ ਨਾ ਲੱਗਦੀ, ਕਿਉਂਕਿ ਇਹਨੇ ਤੇ ਚਮੜੇ ਦਾ ਕੋਟ ਪਾਇਆ ਸੀ। ਮਹਾਰਾਜਾ ਜਿਹਨੇ ਚਮੜੇ ਦਾ ਕੋਟ ਪਾਇਆ ਹੋਇਆ ਸਾਹਮਣੇ, ਸਿਰ ਪਰ ਕੰਚਨ ਖੋਦ ਜਿਹੇ ਦਮਕਤ ਤੁਨ ਭੀਨਾ। ਤੇ ਗਰੀਬ ਨਵਾਜ ਉਹ ਸਾਹਮਣੇ ਜਿਹਦੇ ਸਿਰ ਤੇ ਸੋਨੇ ਦਾ ਟੋਪ ਸੱਜਿਆ ਹੋਇਆ ਨਾ, ਉਹ ਲੱਲਾਂ ਬੇਗ ਹੈ। ਮਹਾਰਾਜ ਵਿੱਚ ਮੋਤੀ ਲੱਗੇ ਹੀ, ਸੋਨੇ ਦਾ ਟੋਪ ਪਾਇਆ ਹੋਇਆ ਸੀ ਇਹਨੇ ਆਪਣੇ ਸਿਰ ਤੇ ਜੀ। ਜ਼ਰੀ ਬਸਤਰ ਕੀ ਕੁਸ਼ ਬੜੀ ਜਿਹ ਦਿਪਤ ਪਤਾਕਾ। ਤੇ ਆ ਜਿਹਦੇ ਅੱਗੇ ਝੰਡਾ ਲੱਗਾ ਸਭ ਤੋਂ ਜ਼ਿਆਦਾ ਚਮਕੰਦਿਆ ਮਹਾਰਾਜ, ਇਹ ਲੱਲਾਂ ਬੇਗ ਦਾ ਹੀ ਝੰਡਾ ਹੈ। ਸੁਰਖਾ ਬਲੀ ਬਿਲੰਦ ਹੈ ਵੱਡ ਬੇਗ ਜੋ ਜਾਂਕਾ। ਤੇ ਜਿਹੜਾ ਲਾਲ ਜਿਹਾ ਭਾਅ ਮਾਰਦਾ ਸੀਗਾ ਉਹਦਾ ਘੋੜਾ ਜੀ, ਲਾਲ ਰੰਗ ਦਾ ਭਾਅ ਮਾਰਦਾ ਸੀਗਾ, ਸਪੈਸ਼ਲ ਘੋੜਾ ਸੀ ਲੱਲਾਂ ਬੇਗ ਦਾ। ਮਹਾਰਾਜ ਇਹ ਲੱਲਾਂ ਬੇਗ ਲਾਲ ਰੰਗ ਦੇ ਘੋੜੇ ਦੇ ਉੱਤੇ ਬੈਠਾ ਜੇ। ਬਾਤ ਕਰਤ ਬੂਝਤ ਤੁਮਹੇ ਕਰ ਹਾਥ ਉਚੇਰਾ। ਤੇ ਸੱਚੇ ਪਾਤਸ਼ਾਹ ਇਹ ਗੱਲਾਂ ਕਰਦਿਆਂ ਕਰਦਿਆਂ ਤੁਹਾਡੇ ਵੱਲ ਹੀ ਹੱਥ ਕਰ ਰਿਹਾ ਬਾਰ-ਬਾਰ। ਉਹ ਲੱਲਾਂ ਬੇਗ ਹੀ ਹੈ ਜਿਹੜਾ ਆਪ ਜੀ ਵੱਲ ਹੱਥ ਕਰ ਰਿਹਾ ਹੈ। ਲਲਾਂ ਬੇਗ ਸੋ ਜਾਨੀਏ ਹੈ ਔਰ ਗਰਭ ਕਨੇਰਾ। ਐ ਹੱਥ ਕੀਤਾ ਹਸਨ ਬੇਗ ਨੇ, ਉਹ ਵਾਹਿਗੁਰੂ ਹਸਨ ਖਾਨ ਨੇ। ਮਹਾਰਾਜ ਉਹ ਲੱਲਾਂ ਬੇਗ 'ਚ ਬੜੀਆਂ ਗੱਪਾਂ ਮਾਰਦਾ ਸੀ ਮਹਾਰਾਜ, ਉੱਥੇ ਲਾਹੌਰ ਦੇ ਵਿੱਚ ਬੜੇ ਹੰਕਾਰ ਭਰੀਆਂ ਗੱਲਾਂ ਕਰਦਾ ਸੀ ਆਪ ਜੀ ਦੇ ਬਾਰੇ। ਬਾਮ ਦਿਸ਼ਾ ਤਿਸ ਤੇ ਖਰੋ ਸੋ ਕੰਬਰ ਬੇਗਾ। ਤੇ ਸੱਚੇ ਪਾਤਸ਼ਾਹ ਜਿਹੜਾ ਖੱਬੇ ਪਾਸੇ ਖਲੋਤਾ ਹੈ ਨਾ ਮਹਾਰਾਜ, ਉਹਦਾ ਨਾਮ ਹੈ ਕੰਬਰ ਬੇਗ। ਹਾਂਜੀ। ਤੁਰਕੀ ਤੁਰੰਗ ਕੁਮੈਤ ਹੈ ਬਹੁਤ ਟੱਲੇ ਸੋ ਬੇਗਾ। ਕੁਮੈਤ ਦਾ ਤੁਰਕੀ ਘੋੜਾ ਜੇ ਉਹਦੇ ਕੋਲ ਮਹਾਰਾਜ, ਜਿਸ ਘੋੜੇ ਦਾ ਮੁਕਾਬਲਾ ਕੋਈ ਨਹੀਂ ਹੈਗਾ। ਹਾਂਜੀ। ਭਰਾਤਾ ਇਸ ਕੋ ਅਲਪ ਹੈ ਬੜ ਵੀਰ ਕਹਾਵੈ। ਤੇ ਇਹ ਜਿਹੜਾ ਕੰਬਰ ਬੇਗ ਹੈ ਨਾ ਮਹਾਰਾਜ, ਲੱਲਾਂ ਬੇਗ ਦਾ ਛੋਟਾ ਭਰਾ ਹੈ। ਹਾਂਜੀ। ਦਾਨਸ਼ਵੰਦ ਵਿਸਾਲ ਹੀ ਬਹੁ ਦਾਵ ਬਤਾਵੈ। ਪਰ ਮਹਾਰਾਜ ਕੰਬਰ ਬੇਗ ਸਿਆਣਾ ਬੜਾ, ਇਹਨੂੰ ਦਾ ਪੇਚ ਬੜੇ ਆਉਂਦੇ ਆ, ਜੰਗ ਕਿਵੇਂ ਕਰਨਾ ਇਹਨੂੰ ਸੋਝੀ ਬੜੀ ਹੈ। ਹਾਂਜੀ। ਪਿਖੋ ਦਾਹਨੀ ਦਿਸ਼ਾ ਮਹਿ ਸਭ ਜਾ ਵੱਡ ਘੋਰਾ। ਤੇ ਆ ਸੱਜੇ ਪਾਸੇ ਲੱਲਾਂ ਬੇਗ ਦੇ
ਸਬਜ਼ ਰੰਗ ਦਾ ਜਿਹੜਾ ਘੋੜਾ ਹੈ, ਨਾਮ ਕਾਬਲੀ ਬੇਗ ਇਸ ਰੱਖੈ ਬੜ ਜੋਰਾ। ਉਹਦੇ ਉੱਤੇ ਜਿਹੜਾ ਬੈਠਾ ਹੈ ਉਹਦਾ ਨਾਮ ਹੈ ਕਾਬਲੀ ਬੇਗ। ਹਾਂਜੀ। ਆਯੁੱਧ ਵਿਦਿਆ ਬਹੁਤ ਹੀ ਚਿਰ ਕਾਲ ਕਮਾਈ, ਹਾਂਜੀ। ਕਰਤ ਪਟੇ ਬਾਜ਼ੀ ਅਧਿਕ ਗਨ ਪਿਖ ਲੜਾਈ। ਮਹਾਰਾਜ ਜਿਹੜਾ ਕਾਬਲੀ ਬੇਗ ਹੈ ਨਾ, ਇਹਨੂੰ ਵੀ ਜੰਗ ਕਰਨਾ ਬੜਾ ਆਉਂਦਾ ਜੇ। ਆਯੁੱਧ ਵਿਦਿਆ ਬਹੁਤ ਹੀ ਚਿਰਕਾਲ ਕਮਾਈ, ਜੰਗ ਦੀ ਵਿਦਿਆ ਬੜਾ ਲੰਮਾ ਸਮਾਂ ਇਹਨੇ ਸਿੱਖੀ ਜੇ, ਸ਼ਸਤਰ ਵਿਦਿਆ। ਕਰਤ ਪਟੇ ਬਾਜੀ ਅਧਿਕ ਗਨ ਪਿਖੀ ਲੜਾਈ। ਮਹਾਰਾਜ ਗਤਕੇਬਾਜੀ ਕਰਨੀ ਇਹਨੂੰ ਬੜੀ ਵਧੀਆ ਆਉਂਦੀ ਹੈ। ਸ਼ਸਤਰ ਚਲਾਉਣਾ ਤੇ ਆਪਣੇ ਆਪ ਨੂੰ ਸ਼ਸਤਰ ਨਾ ਵੱਜਣ ਦੇਣਾ, ਇਹ ਇਹਨੂੰ ਬਹੁਤ ਵਧੀਆ ਆਉਂਦਾ ਹੈ ਕਾਬਲੀ ਬੇਗ ਨੂੰ। ਲਲਾ ਬੇਗ ਮਾਤੁਲ ਲਗ ਹੈ ਨਿਤ ਰਹਿ ਇਸ ਤੀਰਾ। ਤੇ ਮਹਾਰਾਜ ਲੱਲਾ ਬੇਗ ਇਹਦਾ ਮਾਮਾ ਹੈ, ਭਾਵ ਇਹ ਲੱਲਾ ਬੇਗ ਦਾ ਭਾਣਜਾ ਹੈ, ਤੇ ਸਦਾ ਲੱਲਾ ਬੇਗ ਦੇ ਨਾਲ ਹੀ ਰਹਿੰਦਾ ਤੇ ਸੱਚੇ ਪਾਤਸ਼ਾਹ। ਮਲਤ ਰਜਤ ਪਣ ਹਾਥ ਮੈਂ ਬਲ ਅਧਿਕ ਸਰੀਰਾ। ਤੇ ਮਹਾਰਾਜ ਜੇ ਇਹ ਮੋਰ ਫੜ ਲੇ ਨਾ, ਤੇ ਮੋਰ ਨੂੰ ਵੀ ਮਹਾਰਾਜ ਉਹਦੇ ਤੇ ਅੱਖਰ ਮਿਟਾ ਦਿੰਦਾ ਮੋਰ ਦੇ ਉੱਤੋਂ, ਇੰਨੀ ਜ਼ਿਆਦੀ ਇਹਦੇ ਵਿੱਚ ਜਾਨ ਹੈਗੀ ਹੈ। ਹਾਂਜੀ। ਇਹੋ ਸਨਮੁਖ ਜਬ ਲਰੈ ਗੋ ਮਾਰੈ ਸਮੁਦਾਈ, ਹਤੋ ਆਪ ਇਸ ਪ੍ਰਥਮ ਹੀ ਨੈ ਸੁਭਟ ਪਕਾਈ। ਹੁਣ ਹਸਨ ਖਾਂ ਮਹਾਰਾਜ ਸੱਚੇ ਪਾਤਸ਼ਾਹ ਕੋ ਰਹਿੰਦਾ, ਪਰ ਅਜੇ ਇਹਨੂੰ ਨਹੀਂ ਨਾ ਪਤਾ ਮਹਾਰਾਜ ਕਿੰਨੀ ਵੱਡੀ ਸ਼ਕਤੀ ਹੈ। ਕਹਿੰਦਾ ਮਹਾਰਾਜ ਸਭ ਤੋਂ ਪਹਿਲਾਂ ਕਾਬਲੀ ਬੇਗ ਨੂੰ ਹੀ ਮਾਰ ਦਿਓ, ਇਹ ਬੜਾ ਵੱਡਾ ਯੋਧਾ ਚ ਕਿਤੇ ਸਿੱਖਾਂ ਨੂੰ ਮਾਰੇ ਹੀ ਨਾ ਮਹਾਰਾਜ। ਹਾਂਜੀ। ਦੋਨੋਂ ਇਸ ਕੇ ਸੁਤ ਖਰੇ ਇੱਕ ਕਾਸਮ ਬੇਗਾ, ਸ਼ਮਸ ਬੇਗ ਸੁਤ ਦੂਸਰੋ ਜਿਸ ਕੇ ਕਰ ਤੇਗਾ। ਤੇ ਆਓ ਆਸੇ ਪਾਸੇ ਲੱਲਾ ਬੇਗ ਦੇ ਦੋ ਪੁੱਤ ਖਲੋਤੇ ਆ, ਇੱਕ ਦਾ ਨਾਮ ਕਾਸਮ ਬੇਗ ਹੈ, ਇੱਕ ਦਾ ਨਾਮ ਸ਼ਮਸ ਬੇਗ ਹੈ। ਤੇ ਮਹਾਰਾਜ ਇਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਫੜੀਆਂ ਵੱਡੀਆਂ ਵੱਡੀਆਂ। ਪ੍ਰਥਮ ਗੋਲ ਕੋ ਬਾਂਧ ਕੈ ਇਹੋ ਚਹਤ ਲੜਾਈ, ਪਰੈ ਆਨ ਮੁਖ ਕਾਲ ਕੇ ਕਿਉਂ ਹੋ ਨਹਿ ਬਚਾਈ। ਗੱਜ ਕੇ ਆਖੋ ਮਹਾਰਾਜ ਪ੍ਰਥਮ ਗੋਲ ਕੇ ਬਾਂਧ ਕੇ। ਪਹਿਲਾਂ ਤਾਂ ਇਹ ਟੋਲੀਆਂ ਬੰਨ ਬੰਨ ਕੇ ਜੰਗ ਕਰਦੇ ਰਹੇ ਆ, ਕਦੀ 7000 ਭੇਜਿਆ, ਕਦੀ 8000 ਭੇਜਿਆ, ਕਦੀ 10000 ਭੇਜਿਆ ਰਾਤ ਦਾ। ਪਰ ਹੁਣ ਇਹ ਸਾਰੇ ਇਕੱਠੇ ਹੋ ਕੇ ਆ ਪਏ ਆਪ ਜੀ ਉੱਤੇ। ਸੁਨਹੁ ਗੁਰੂ ਜੀ ਦੂਰ ਲਗ ਨਹਿ ਦ੍ਰਿਸ਼ਟੀ ਆਵੇ। ਮਹਾਰਾਜ ਕਿੰਨੀ ਕੁ ਫੌਜ ਮੁੱਕਣ ਤੇ ਨਹੀਂ ਆ ਰਹੀ, ਬੜੀ ਦੂਰ ਤੱਕ ਆ ਰਹੀ ਹੈ ਜੇ। ਬਹੁਤ ਜ਼ਿਆਦੀ ਤੁਹਾਡੇ ਸਿੱਖਾਂ ਮਾਰ ਦਿੱਤੀ ਹੈ, ਪਰ ਫਿਰ ਹੁਣ ਵੀ ਬੜੀ ਹੈ। ਧਰ ਪਰ ਧਰ ਮਰ ਕਰ ਪਰੇ ਤਿਨ ਕੌਣ ਗਿਨਾਵੇ। ਤੇ ਮਹਾਰਾਜ ਜਿਹੜੇ ਸਿੱਖਾਂ ਨੇ ਮਾਰ ਕੇ ਧਰਤੀ ਤੇ ਸੁੱਟੇ, ਉਹਨਾਂ ਦੀ ਤੇ ਗਿਣਤੀ ਕੋਈ ਨਹੀਂ ਹੈਗੀ ਨਾ, ਬੜੇ ਮਾਰ ਦਿੱਤੇ ਹੈ। ਹਾਂਜੀ। ਚੌਥੋ ਭਾਗ ਨਾ ਚਮੂ ਅਬ ਸਭ ਸੁਗਮ ਸੰਘਾਰੋ। ਗੱਜ ਕੇ ਆਖੋ। ਤੇ ਹਸਨ ਖਾਂ ਕਹਿੰਦਾ ਮਹਾਰਾਜ ਫੌਜਾਂ ਦਾ ਚੌਥਾ ਭਾਗ ਹੀ ਰਹਿ ਗਿਆ, ਬਾਕੀ ਸਾਰੀਆਂ ਫੌਜਾਂ ਮਰ ਚੁੱਕੀਆਂ ਨੇ। ਤੇ ਕਿਰਪਾ ਕਰੋ ਹੁਣ ਤਾਂ ਸੌਖੀਆਂ ਹੀ ਮਰ ਜਾਣੀਆਂ ਨੇ। ਹਾਂਜੀ। ਤੁਮ ਆਗੇ ਕੋ ਅਰੇ ਨਹਿ ਮੈਂ ਭਲੇ ਵਿਚਾਰੋ। ਹਸਨ ਖਾਂ ਦੂਤ ਭਾਵੇਂ ਇਹਨਾਂ ਦਾ ਸੀਗਾ ਜੀ, ਬੰਦਾ ਭਾਵੇਂ ਤੁਰਕਾਂ ਦਾ ਸੀ, ਪਰ ਮਹਾਰਾਜ ਘੋੜੇ ਤੇ ਖਲੋਤੇ ਤੇ ਲਾਗੇ ਧਰਤੀ ਤੇ ਉਂਝ ਹੀ ਖਲੋਤਾ, ਹੱਥ ਜੋੜ ਕੇ ਕਹਿੰਦਾ ਮਹਾਰਾਜ ਭਾਵੇਂ ਇਹ ਬੜੇ ਬੜੇ ਵੱਡੇ ਯੋਧੇ ਐ, ਪਰ ਮੈਂ ਇਹ ਕੱਲ ਦਾ ਹੀ ਵੇਖਣਿਆ, ਤੁਹਾਡੇ ਸਾਹਮਣੇ ਨਹੀਂ ਅੜ ਸਕਦੇ ਮਹਾਰਾਜ। ਤੁਸੀਂ ਬੜੇ ਵੱਡੇ ਹੋ, ਆਪ ਜੀ ਬੜੇ ਵੱਡੇ ਯੋਧੇ ਹੋ, ਤੁਹਾਡੇ ਸਾਹਮਣੇ ਨਹੀਂ ਇਹ ਅੜ ਸਕਦੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਗਮਨੇ ਤੁਲ ਦਲ ਸ਼ਲਭ ਕੋ ਕਰ ਮਾਰੋ ਮਾਰੋ। ਕੱਲ ਦੇ ਮਹਾਰਾਜ ਟਿੱਡੀ ਦਲ ਦੀ ਤਰ੍ਹਾਂ ਮਾਰੋ ਮਾਰੋ ਕਰਦੇ ਹੋਏ ਆ ਰਹੇ ਸੀਗੇ। ਅਬ ਇਹੋ ਖਰੇ ਉਦਾਸ ਹੈ ਤੁਮ ਬਿਲਮਸ ਵਿਸਾਰੋ। ਤੇ ਮਹਾਰਾਜ ਹੁਣ ਇਹਨਾਂ ਦੇ ਚਿਹਰੇ ਵੇਖੋ ਹਾਂ ਧਿਆਨ ਨਾਲ, ਇਹਨਾਂ ਦੇ ਚਿਹਰਿਆਂ ਤੇ ਉਦਾਸੀ ਹੋਈ ਪਈ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਹਾਰ ਤੇ ਉਹ ਪਹਿਲਾਂ ਹੀ ਗਏ, ਕੱਲ ਦੇ ਹੀ ਹਾਰ ਗਏ ਸੀਗੇ ਜੀ। ਲੱਲਾ ਬੇਗ ਤੇ ਕੱਲ ਦਾ ਹੀ ਸੋਚੀ ਪਿਆ ਵੀ ਬਣਿਆ ਕੀ ਆ। ਕਈ ਵਾਰੀ ਲੜਨਾ ਬੰਦੇ ਦੀ ਮਜਬੂਰੀ ਹੋ ਜਾਂਦਾ ਹੈ। ਲੱਲਾ ਬੇਗ ਦਾ ਇੱਥੇ ਹੁਣ ਜੰਗ ਕਰਨਾ ਮਜਬੂਰੀ ਬਣਿਆ ਸੀਗਾ, ਜਾ ਨਹੀਂ ਸਕਦਾ ਵਾਪਸ ਦੀ, ਹਾਰ ਕੇ ਜਾ ਨਹੀਂ ਸੀ ਸਕਦਾ। ਇੱਥੋਂ ਪਤਾ ਹੀ ਜਿੱਤ ਮੈਂ ਸਕਦਾ ਨਹੀਂ ਹੈ।
ਕਹਿੰਦਾ ਹਸਨ ਖਾਂ ਕਹਿੰਦਾ ਮਹਾਰਾਜ ਇਹਨਾਂ ਦੇ ਚਿਹਰੇ ਤੇ ਵੇਖੋ ਕਿਵੇਂ ਉਦਾਸੀ ਦੇ ਨਾਲ ਭਰੇ ਪਏ ਇਹਨਾਂ ਦੇ ਚਿਹਰੇ। ਸ਼੍ਰੀ ਸਤਿਗੁਰ ਬਿਕਸੇ ਸੁਨਤ ਕਰ ਧਨੁਖ ਸੰਭਾਰਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੁਣ ਕੇ ਬੜੇ ਪ੍ਰਸੰਨ ਹੋਏ ਜੀ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸ਼੍ਰੀ ਸਤਿਗੁਰ ਬਿਕਸੇ ਸੁਨਤ ਕਰ ਧਨੁਖ ਸੰਭਾਰਾ। ਮਹਾਰਾਜ ਜੀ ਨੇ ਫਿਰ ਆਪਣੇ ਹੱਥ ਵਿੱਚ ਧਨੁਸ਼ ਫੜਿਆ ਜੀ। ਹਾਂਜੀ। ਤੀਰ ਨਿਕਾਸਿਓ ਖਰ ਬੜੋ ਤੱਕ ਕਹਿ ਤਬ ਮਾਰਾ। ਮਹਾਰਾਜ ਨੇ ਫਿਰ ਇੱਕ ਵੱਡਾ ਤੀਰ ਫੜਿਆ ਜੀ। ਖਪਰੇ ਤੀਰ ਮਹਾਰਾਜ ਨੇ ਭੱਥੇ 'ਚ ਪਾਏ ਸੀਗੇ ਸਾਰੇ। ਇੱਕ ਖਪਰਾ ਤੀਰ ਕੱਢਿਆ ਤੇ ਪੂਰਾ ਨਿਸ਼ਾਨਾ ਲਾ ਕੇ ਮਹਾਰਾਜ ਨੇ ਤੀਰ ਚਲਾਇਆ। ਲਲਾਂ ਬੇਗ ਕੇ ਸੀਸ ਪਰ ਜੋ ਕੰਚਨ ਕੇਰਾ। ਤੇ ਲਲਾਂ ਬੇਗ ਨੇ ਆਪਣੇ ਸਿਰ ਦੇ ਉੱਤੇ ਜਿਹੜਾ ਸੋਨੇ ਦਾ ਟੋਪ ਪਾਇਆ ਹੋਇਆ ਸੀ ਨਾ, ਤੀਰ ਮਾਰਿਓ ਤਿਸ ਕੋ ਤਬ ਅਮਨੀ ਗੇਰਾ। ਗਰੀਬ ਨਵਾਜ ਘੋੜੇ ਤੇ ਬੈਠੇ ਆ, ਸਾਹਮਣੇ ਲਲਾਂ ਬੇਗ ਆ, ਗੁੱਸੇ 'ਚ ਭਰਿਆ ਪਿਆ। ਹਜੂਰ ਮਹਾਰਾਜ ਤੋਂ ਵੱਡਾ ਕਿਹੜਾ ਤੀਰ ਅੰਦਾਜ਼ ਹੈ। ਮਹਾਰਾਜ ਨੇ ਤੀਰ ਚਲਾਇਆ ਪੂਰੇ ਵੀਰ ਰਸ ਵਿੱਚ ਆ ਕੇ, ਤੇ ਲਲਾਂ ਬੇਗ ਨੇ ਜਿਹੜਾ ਸੋਨੇ ਦਾ ਟੋਪ ਪਾਇਆ ਸੀ ਨਾ, ਮਹਾਰਾਜ ਨੇ ਉਹਦੇ ਉੱਤੇ ਤੀਰ ਮਾਰ ਕੇ ਉਹਦਾ ਟੋਪ ਧਰਤੀ ਤੇ ਥੱਲੇ ਸੁੱਟ ਦਿੱਤਾ ਜੀ। ਗੰਜਾ ਟਿੰਡ ਨਿਕਲੀ ਜੀ ਵਿੱਚੋਂ ਜੀ ਉਹਦੀ ਜੀ। ਹਾਂਜੀ। ਪੇਖ ਕਰ ਬਿਸਮੇ ਹਲ ਚਲੇ ਇਤ ਉਤ ਕੋ ਹੋਏ। ਲਲਾਂ ਬੇਗ ਦੇ ਸਿਰ ਤੇ ਜਿਹੜਾ ਟੋਪ ਸੀ ਉਹ ਥੱਲੇ ਡਿੱਗਿਆ ਤੇ ਲਲਾਂ ਬੇਗ ਨੰਗੇ ਸਿਰ ਹੋ ਗਿਆ। ਤੇ ਵੇਖ ਕੇ ਸਾਰੇ ਹੈਰਾਨ ਹੋ ਗਏ ਜੀ, ਇਹ ਕੀ ਬਣ ਗਿਆ। ਖਰ ਖਪਰਾ ਧਰਨੀ ਗੱਡਿਓ ਦੇਖੇ ਸਭ ਕੋਏ। ਤੇ ਵੇਖੋ ਕਮਾਲ ਹੈ ਮਹਾਰਾਜ ਦੀ ਤੀਰ ਅੰਦਾਜ਼ੀ। ਲਲਾਂ ਬੇਗ ਦੇ ਸਿਰ ਤੋਂ ਉਹ ਟੋਪ ਲਾ ਕੇ ਨਾ ਖਪਰਾ ਤੀਰ ਅੱਗੇ ਲੰਘ ਗਿਆ ਜੀ। ਕੱਲ ਵੀ ਬੇਨਤੀ ਕੀਤੀ ਸੀ, ਹਜੂਰ ਸਾਹਿਬ ਜਦੋਂ ਤੀਰ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਦਸਵੇਂ ਪਾਤਸ਼ਾਹ ਦੇ, ਉਹ ਖਪਰਾ ਤੀਰ ਹੈ। ਕਿੰਨਾ ਵੱਡਾ ਫਲ ਹੈ ਜੀ ਉਹਦਾ ਅਗਲਾ। ਉਹ ਖਪਰਾ ਤੀਰ ਉਹਦੇ ਸਿਰ ਤੇ ਵੱਜਿਆ, ਟੋਪ ਲੱਥ ਗਿਆ, ਖਪਰਾ ਸਿਰ ਸਾਰੀਆਂ ਫੌਜਾਂ ਦੇ ਸਿਰ ਤੋਂ ਤਾਂ ਦੀ ਲੰਘ ਗਿਆ ਜੀ। ਤੇ ਪਿੱਛੇ ਜਾ ਕੇ ਧਰਤੀ 'ਚ ਗੱਡਿਆ ਗਿਆ ਜੀ ਉਹ ਤੀਰ। ਸਾਰੇ ਵੇਖਣ, ਇੱਕ ਵਾਰੀ 10,000 ਫੌਜ ਦੇ ਸਿਰਾਂ ਤੋਂ ਮਹਾਰਾਜ ਨੇ ਤੀਰ ਕੱਢ ਦਿੱਤਾ ਜੀ ਉਹ। ਇਹ ਹੈ ਛੇਵੇਂ ਪਾਤਸ਼ਾਹ ਦਾ ਬਾਹੂਬਲ। ਗੁਰੂ ਹਰਗੋਬਿੰਦ ਸਾਹਿਬ ਦੀਆਂ ਬਾਹਾਂ 'ਚ ਬਲ। 10,000 ਬੰਦਾ ਖਲੋਤਾ ਹੈ, ਬੜਾ ਘੇਰਾ ਬਣਦਾ ਹੈ, 10,000 ਘੋੜਾ ਹੈ, ਸਾਰਿਆਂ ਦੇ ਸਿਰ ਤੋਂ ਕੱਢਤਾ ਸਤਿਗੁਰੂ ਜੀ ਨੇ। ਤੇ ਮੁੜ ਪਿੱਛੇ ਜਾ ਕੇ ਧਰਤੀ 'ਚ ਉਹ ਗੱਡਿਆ ਗਿਆ। ਦੋਹਰਾ ਸਿਰ ਤੇ ਕੰਚਨ ਖੋਦ ਜਬ ਪਗੀਆ ਸਹਿਤ ਗਿਰਾਏ। ਤੇ ਸਿਰ ਦੇ ਉੱਤੋਂ ਸੋਨੇ ਦਾ ਟੋਪ ਪੱਗ ਸਮੇਤ ਜਦੋਂ ਗਰੀਬ ਨਵਾਜ ਜੀ ਨੇ ਲਾ ਦਿੱਤਾ। ਨਗਨ ਮੂੰਡ ਮੁੰਡਿਓ ਹੋਤੇ ਪਿਖ ਸਭ ਗੇ ਬਿਸਮਾਏ। ਤੇ ਫਿਰ ਨੰਗਾ ਸਿਰ ਮੁੰਨਿਆ ਹੋਇਆ ਸਿਰ ਜਦੋਂ ਲੱਲਾ ਬੇਗ ਦਾ ਸਾਰਿਆਂ ਨੇ ਵੇਖਿਆ ਤੇ ਹੈਰਾਨ ਹੋ ਗਏ ਜੀ। ਇਹ ਚ ਛੇਵੇਂ ਪਾਤਸ਼ਾਹ ਦਾ ਪਹਿਲਾ ਤੀਰ ਇਸ ਜੰਗ ਵਿੱਚ। ਨਿਸ਼ਾਨੀ ਛੰਦ ਇਤ ਉਤ ਸਗਰੇ ਹਲ ਚਲੇ ਕੁਛ ਤਰਾਸ ਉਪੰਨਾ। ਹਲਚਲ ਜੀ ਮਚ ਗਈ ਤੇ ਕੁਝ ਨਾ ਡਰ ਵੀ ਪੈਦਾ ਹੋ ਗਿਆ ਸਾਰਿਆਂ ਦੇ ਮਨ 'ਚ। ਹਾਂਜੀ। ਲਲਾ ਬੇਗ ਲੱਜਤ ਪਇਓ ਮਾਨੋ ਮਨ ਹੰਨਾ। ਲੱਲਾ ਬੇਗ ਨੂੰ ਤਾਂ ਇਉਂ ਲੱਗਾ ਜਿਵੇਂ ਮਰੀ ਗਿਆ ਵਾਂ, ਜਿਵੇਂ ਮਰੀ ਗਿਆ ਵਾਂ। ਲੱਲਾ ਬੇਗ ਨੂੰ ਇਉਂ ਲੱਗਾ, ਇੰਨੀ ਸ਼ਰਮ ਆਈ ਉਹਨੂੰ। ਕੱਟ ਕੋ ਪਟ ਝਟ ਪਟ ਲਟਿਓ ਲਟਪਟਾ ਲਪੇਟਾ। ਤੇ ਫਿਰ ਕੀ, ਉਹਨੇ ਨੰਗਾ ਸਿਰ ਤੇ ਰੱਖਣਾ ਹੀ ਨਹੀਂ ਆਪਣਾ ਨਹੀਂ। ਹਾਂਜੀ। ਉਸੇ ਵੇਲੇ ਲੱਕ ਤੋਂ ਖੋਲਿਆ ਕਮਰ ਕੱਸਾ ਤੇ ਉਹ ਵਿੰਗਾ ਟੇਢਾ ਜਾਂ ਜਿਹੋ ਜਿਹਾ ਵੀ ਬੰਨ ਸਕਿਆ, ਛੇਤੀ ਦੇ ਨਾਲ ਆਪਣੇ ਸਿਰ ਉੱਤੇ ਬੰਨਿਆ। ਝਪਟ ਬਾਗ ਦਪਟਿਓ ਤੁਰੰਗ ਸਟਕਿਓ ਮੁਗਲੇਟਾ। ਉਸੇ ਵੇਲੇ ਬਾਗ ਨੂੰ ਝਟਕਾ ਮਾਰ ਕੇ ਨਾ ਤੇ ਉਹ ਮੁਗਲ ਦਾ ਬੱਚਾ ਬਚ ਗਿਆ ਜੀ। ਆਖੋ ਵਾਹਿਗੁਰੂ। ਬਚ ਗਿਆ ਜੀ। ਹਾਂਜੀ। ਆਪਣੇ ਆਪ ਨੂੰ ਫਿਰ ਉਹਨੇ ਬਚਾ ਲਿਆ, ਆਪਣੀ ਇੱਜ਼ਤ ਨੂੰ। ਸਿਰ ਨੰਗਾ ਹੋ ਗਿਆ, ਸਮਝੋ ਬੇਇੱਜ਼ਤੀ ਹੋ ਗਈ ਜੀ। ਹਾਂਜੀ। ਕੋਪਿਓ ਬਿਲੋਚਨ ਰਕਤ ਕਰ ਗਹਿ ਭੁਜਾ ਉਠਾਏ। ਹਾਂਜੀ। ਕਿਉਂ ਨਾ ਕਰਤ ਹੇਲਾ ਅਬੈ ਮਾਰੋ ਸਮੁਦਾਏ। ਤੇ ਫਿਰ ਨਾ ਇੱਕਦਮ ਗੁੱਸੇ ਵਿੱਚ ਆ ਕੇ ਆਪਣੇ ਸਿਪਾਹੀਆਂ ਨੂੰ ਕਹਿੰਦਾ, ਹੋਰ ਕਿੰਨੀ ਕੁ ਬੇਇੱਜ਼ਤੀ ਕਰਾਉਣੀ ਚ, ਹਮਲਾ ਕਿਉਂ ਨਹੀਂ ਕਰਦੇ। ਕਹਿੰਦਾ
ਹਾਂਜੀ। ਇੱਕ ਇੱਕ ਸ਼ੋਰ ਤੁਫੰਗ ਕੋ ਖੈਂਚੋ ਖਰ ਖੰਡੇ, ਕਰਤ ਚਲੋ ਸਿਰ ਧਰ ਜੁਦਾ ਹੈ ਬੇੜ ਪ੍ਰਚੰਡੇ। ਆਪਣੇ ਸਿਪਾਹੀਆਂ ਨੂੰ ਕਹਿੰਦਾ ਗੋਲੀਆਂ ਛੱਡਦੇ ਹੋਏ, ਬੰਦੂਕਾਂ ਛੱਡਦੇ ਹੋਏ, ਸਿਰ ਵੱਢਦੇ ਹੋਏ ਅੱਗੇ ਤੁਰੀ ਚੱਲੋ। ਸੁਨ ਆਏ ਸਕੋ ਤੁਰਕ ਭੱਟ ਬੜ ਮੁਗਲ ਰਿਸਾਏ, ਮੁੰਡਤ ਮੂੰਡ ਬਿਲੰਦ ਜਿਨ ਬੜ ਸ਼ਸਤਰ ਉਠਾਏ। ਤੇ ਆਗਿਆ ਸੁਣ ਕੇ ਨਾ, ਆਗਿਆ ਉਹਦੀ ਲੱਲਾਂ ਬੇਗ ਦੀ, ਤੇ ਫਿਰ ਸਾਰੇ ਸਿਪਾਹੀ ਇੱਧਰ ਉੱਧਰ ਫੈਲ ਗਏ ਜੀ ਜੰਗ ਕਰਨ ਵਾਸਤੇ। ਅੱਗੋਂ ਫਿਰ ਕੱਲ ਨੂੰ ਸੁਣਾਂਗੇ ਜੀ। ਲੱਲਾਂ ਬੇਗ ਦੇ ਨਾਲ ਤਾਂ ਚੰਗੀ ਹੋਈ ਸਾਧ ਸੰਗਤ ਜੀ, ਇਹਦੇ ਸਿਰ ਤੋਂ ਤੇ ਟੋਪ ਗਿਆ ਚ ਲੱਥ, ਇਹਦੇ ਪੱਲੇ ਨਹੀਂ ਜੇ ਰਹਿ ਗਿਆ ਕੱਖ। ਹਾਂਜੀ, ਕਿ ਵੇਖੋ ਕਿੱਡੇ ਵੱਡੇ ਨੇ ਗੁਰੂ ਹਰਗੋਬਿੰਦ ਸਾਹਿਬ। ਉਸੇ ਹਸਨ ਖਾਨ ਨੂੰ ਕਾਬਲ ਦੀ ਮਾਲਕੀ ਦੇਣੀ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੀ, ਉਸੇ ਹਸਨ ਖਾਨ ਨੂੰ। ਤੇ ਆਉਂਦਿਆਂ ਤੇ ਹੀ ਕਿੱਡਾ ਸੋਹਣਾ ਵਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ। ਸਾਰੀ ਫੌਜ ਨੂੰ ਦੱਸ ਦਿੱਤਾ ਵੀ ਤੀਰ ਇੰਜ ਚਲਾਈਦਾ, ਸਾਰੀ ਫੌਜ ਨੂੰ ਦੱਸ ਦਿੱਤਾ ਜੀ। ਸੋ ਇਹਦੇ ਤੋਂ ਅੱਗੇ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸ਼ਾਇਦ ਕੱਲ ਤੱਕ ਹੱਥੋਂ ਹੱਥੀ ਜੰਗ ਜਿਹੜਾ ਹੈ ਉਹ ਮੁੱਕ ਹੀ ਜਾਵੇ, ਮਹਾਰਾਜ ਕਿਰਪਾ ਕਰਨ। ਇਹ ਤੀਜੀ ਜੰਗ ਦਾ ਪ੍ਰਸੰਗ ਆਪ ਜੀ ਸੁਣ ਰਹੇ ਹੋ। ਭੁੱਲਾਂ ਚੁੱਕਾਂ ਦੀ ਮਾਫੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਗੱਜ ਕੇ ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ, ਗੱਜ ਕੇ ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ
ਸਤਿਗੁਰੂ ਜੀ ਕਿਰਪਾ ਕਰਨ ਅੱਗੋਂ ਜੋ ਛੇਵੇਂ ਪਾਤਸ਼ਾਹ ਕਿਵੇਂ ਇਹਨਾਂ ਦਾ ਨਾਸ਼ ਕਰਦੇ ਆ। ਤੇ ਰਾਏ ਜੋਧ ਨੂੰ ਮਹਾਰਾਜ ਨੇ ਕਿਹਾ ਸੀ ਵੀ ਇਹਨਾਂ ਨੂੰ ਨੱਪ ਕੇ ਥੜਾ ਬਣਾ ਕੇ ਉੱਤੇ ਬਹਿ ਕੇ ਤੇਰੇ ਨਾਲ ਬਚਨ ਕਰਿਆ ਕਰਾਂਗੇ। ਉਹ ਸਾਰੇ ਬਚਨ ਮਹਾਰਾਜ ਨੇ ਪੂਰੇ ਕਰਨੇ ਆ। ਤੇ ਉਹ ਕਥਾ ਜਿਹੜੀ ਹੈ ਸੁਣਨੀ ਵਾਲੀ ਹੈ। ਮਹਾਰਾਜ ਕਿਰਪਾ ਕਰਨ ਉਹ ਕਥਾ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਆਪ ਜੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹੋ ਤਲ